ਨਾਨਕ ਹੋਸੀ ਭੀ ਸਚ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਧਾਰਾ ਸਿਓ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖਹੁ ਸਰਣਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖਹੁ ਸਰਣਾਈ। ਭਜਹੁ ਗੋਬਿੰਦ ਭੂਲ ਮਤ ਜਾਹੋ। ਮਾਨਸ ਜਨਮ ਕਾ ਏਹੀ ਲਾਹੋ। ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ। ਸੀਤਲ ਥੀਵੈ ਨਾਨਕਾ ਜਪਾਂਦੜੋ ਹਰ ਨਾਮ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾੜ ਤਪੰਦਾ ਤਿਸ ਲੱਗੈ। ਹਰ ਨਾਹੋ ਨਾ ਜਿਨਾ ਪਾਸ। ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧਿਆਸ। ਆਸਾੜ ਤਪੰਦਾ ਤਿਸ ਲੱਗੈ। ਹਰ ਨਾਹੋ ਨ ਜਿਨਾ ਪਾਸ। ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧਿਆਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਜਗ ਦਾਤੇ ਗੁਰੂ ਗਰੀਬ ਨਵਾਜ ਸ਼ਬਦ ਅਵਤਾਰ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਸਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਭ ਵਡਭਾਗੇ ਹੋ ਜੋ ਹਾੜ ਦੀ ਸੰਗਰਾਂਦ ਦੇ ਦਿਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਜੁੜ ਬੈਠੇ ਹੋ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੇ ਸਦਕਾ ਹੀ ਇਹ ਪਾਵਨ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਮਾਨਣੇ ਦਾ ਪਾਵਨ ਪਵਿੱਤਰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਜੀਵਾਂ ਦੀ ਕਲਿਆਣ ਵਾਸਤੇ ਮਹਾਰਾਜ ਜੀਆਂ 12 ਮਹਾਂ ਦੁਆਰਾ ਉਪਦੇਸ਼ ਦਿੱਤਾ ਹੈ।
ਭਾਵੇਂ ਕਿ ਸਤਿਗੁਰਾਂ ਦੀ ਸਾਰੀ ਬਾਣੀ ਹੀ ਸਤ ਸੰਗਤ ਜੀ ਉਪਦੇਸ਼ ਰੂਪ ਹੈ, ਪਰ ਗੁਰੂ ਗਰੀਬ ਨਿਵਾਜ ਜੀਆਂ ਨੇ ਇਹ ਵਿਧੀ ਵਰਤੀ ਜਿਸ ਪ੍ਰਕਾਰ ਇੱਕ ਵੈਦ ਦੀ ਬਿਰਤੀ ਹੁੰਦੀ ਹੈ। ਜੇ ਕੋਈ ਵੈਦ ਹੈ, ਉਸ ਦੀ ਇਹ ਹਮੇਸ਼ਾ ਹੀ ਇੱਛਾ ਰਹਿੰਦੀ ਹੈ ਕਿ ਜੋ ਮੇਰੀ ਬਣਾਈ ਹੋਈ ਔਸ਼ਧੀ ਹੈ, ਮਰੀਜ਼ ਦੇ ਕਿਸੇ ਨਾ ਕਿਸੇ ਤਰ੍ਹਾਂ ਸਰੀਰ ਦੇ ਅੰਦਰ ਜਾਵੇ, ਫਿਰ ਉਹ ਕੰਮ ਕਰੇਗੀ, ਬਾਹਰ ਨਹੀਂ। ਔਰ ਜਿਸ ਪ੍ਰਕਾਰ ਫਿਰ ਉਹ ਵੈਦ ਔਸ਼ਧੀ ਦੇਣ ਵਾਸਤੇ ਕੋਈ ਤਰਲ ਪਦਾਰਥ ਬਣਾ ਲੈਂਦਾ, ਮਿਸ਼ਰੀ ਵਿੱਚ ਵੀ ਦਿੰਦੇ ਹੈ, ਕੋਈ ਰਾਖ ਆਦਤ ਵਿੱਚ ਵੀ ਵੈਦ ਦਵਾਈ ਦਿੰਦਾ ਹੈ, ਜੇ ਕੌੜੀ ਹੈ ਮਿੱਠਾ ਮਿਲਾ ਮਿਲਾ ਕੇ ਦਿੰਦੇ ਹੈ। ਉਹਨਾਂ ਦਾ ਮਨੋਰਥ ਇੱਕ ਹੀ ਹੈ ਵੈਦਾਂ ਦਾ, ਕਿ ਕਿਸੇ ਨਾ ਕਿਸੇ ਤਰ੍ਹਾਂ ਦਵਾਈ ਔਸ਼ਧੀ ਜੀਵ ਦੇ ਅੰਦਰ ਜਾਵੇ ਤੇ ਇਹ ਅਰੋਗ ਹੋ ਜਾਵੇਗਾ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀਓ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਪਾਵਨ ਬਾਣੀ ਅੰਦਰ ਬੇਅੰਤ ਵਿਧੀਆਂ ਨਾਲ ਉਪਦੇਸ਼ ਦਿੱਤਾ। ਜਿਵੇਂ ਭਗਤ ਕਬੀਰ ਸਾਹਿਬ ਜੀਆਂ ਦੀ 52 ਅੱਖਰੀ ਹੈ, ਉਸ 52 ਅੱਖਰਾਂ ਦੁਆਰਾ ਉਪਦੇਸ਼ ਦਿੱਤਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਆਸਾ ਰਾਗ ਅੰਦਰ ਪੱਟੀ ਲਿਖੀ, ਊੜਾ ਉਪਮਾ ਤਿਸ ਕੀ ਕੀਜੈ। ਉਸ ਪਰਮੇਸ਼ਰ ਅਕਾਲ ਪੁਰਖ ਦੀ ਮਹਿਮਾ ਗਾਉਣ ਦਾ ਉਪਦੇਸ਼ ਉਥੇ ਪੱਟੀ ਦੁਆਰਾ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਤੁਖਾਰੀ ਰਾਗ ਅੰਦਰ ਜੋ ਇਹ ਪਾਵਨ ਪਵਿੱਤਰ 12 ਮਾਹ ਦੀ ਪਾਵਨ ਬਾਣੀ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਖਾਲਸਾ ਜੀ ਪਹਿਰਿਆਂ ਅੰਦਰ ਉਪਦੇਸ਼ ਹੈ। ਥਿਤੀ ਗੌੜੀ ਸਾਤ ਥਿਤੀ ਤੈਂ 7 ਵਾਰ। ਇਸ ਤੋਂ ਇਲਾਵਾ 12 ਮਾਹ ਦੀ ਪਾਵਨ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਉਚਾਰੀ ਹੈ ਮਾਝ ਰਾਗ ਅੰਦਰ। ਤੋ ਮਹਾਰਾਜ ਦਾ ਸਿਧਾਂਤ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਦੁਖੀ ਜੀਵਾਂ ਦੇ ਅੰਤःਕਰਨ ਵਿੱਚ ਵਸੇ, ਬੁੱਧ ਵਿੱਚ ਵਸੇ, ਸੁਰਤੀ ਵਿੱਚ ਟਿਕੇ। ਇਹੀ ਪੂਰਨ ਵੈਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਉਹ ਭਾਵਨਾ ਹੈ, ਜਿਸ ਕਰਕੇ ਸਿੱਖਾਂ ਜੀਵਾਂ ਦਾ ਕਲਿਆਣ ਹੋਵੇ। ਤੋ ਨਾਮ ਰੂਪੀ ਔਸ਼ਧੀ ਨੂੰ ਮਹਾਰਾਜ ਜੀ ਇੱਥੇ 12 ਮਾਹ ਦੇ ਰੂਪ ਵਿੱਚ ਦੇਣਾ ਕੀਤਾ ਹੈ। ਔਰ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਅੱਜ ਹਾੜ ਦੀ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ। ਤੋ ਖਾਲਸਾ ਜੀ ਇਸ ਮਹੀਨੇ ਦਾ ਵੱਖੋ ਵੱਖ ਹਰੇਕ ਮਹੀਨੇ ਦਾ ਸੁਭਾਅ ਹੈ। ਸੰਗ ਭਲੀ ਪ੍ਰਕਾਰ ਕ੍ਰਾਂਤ ਤਬਦੀਲੀ ਜਦ ਸੂਰਜ ਵਿੱਚ ਆਉਂਦੀ ਹੈ, ਉਹਨੂੰ ਖਾਲਸਾ ਜੀ ਜਿਹੜਾ ਹੈ ਉਹ ਸੰਗਰਾਂਦ ਦਾ ਪੁਰਬ ਮੰਨਿਆ ਹੋਇਆ ਹੈ। 12 ਸੰਗਰਾਂਦਾਂ ਇੱਕ ਵਰ੍ਹੇ ਵਿੱਚ ਮੰਨੀਆਂ ਹੋਈਆਂ ਹਨ। ਇਸ ਪ੍ਰਕਾਰ ਫਿਰ ਸੰਗਰਾਂਦ ਦੁਆਰਾ ਅਸੀਂ ਕੀ ਉਪਦੇਸ਼ ਲੈਣਾ ਹੈ, ਉਹ ਮਹੀਨੇ ਦੇ ਮਹੀਨੇ ਸਤਿਗੁਰਾਂ 12 ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ। ਮਾਝ ਰਾਗ ਅੰਦਰ 12 ਮਾਹਾਂ ਦੀਆਂ ਖਾਲਸਾ ਜੀ 14 ਪੌੜੀਆਂ ਹਨ। ਪਹਿਲੀ ਪੌੜੀ ਮੰਗਲ ਰੂਪ ਹੈ। 12 ਪੌੜੀਆਂ ਵਿਚਕਾਰ ਜਿਹੜੀਆਂ ਇਹ ਮਹੀਨਿਆਂ ਦਾ ਫਲਾ ਉਪਦੇਸ਼ ਦਰਸਾਇਆ ਹੈ। ਅੰਤਲੀ ਪੌੜੀ 14ਵੀਂ ਜੋ ਹੈ ਖਾਲਸਾ ਜੀ, ਇਹ ਪਰਮੇਸ਼ਰ ਦੀ ਉਸਤਤੀ ਕਰਨ ਦਾ ਫਾਕੀ ਹੈ। ਸਤਿਗੁਰਾਂ ਇਹ ਮਿਹਰਾਮਤ ਕੀਤੀ ਹੈ। ਤੋ ਜਿਸ ਪ੍ਰਕਾਰ ਇਹ ਹਾੜ ਦਾ ਮਹੀਨਾ ਚੜ੍ਹਿਆ ਹੈ, ਆਪ ਸਭ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨ ਪਰਸ ਰਹੀਆਂ ਹੋ।
ਰਲ ਮਿਲ ਕਰਕੇ ਅੱਜ ਦੇ ਮਹੀਨੇ ਦਾ ਸਾਧ ਸੰਗਤ ਜੀ ਫਲਾ ਉਪਦੇਸ਼ ਸ਼ਰਵਣ ਕਰੀਏ। ਮਨ ਚਿਤ ਬਿਰਤੀਆਂ ਇਕਾਗਰ ਕਰੋ। ਸਭ ਗੁਰੂ ਰੂਪ ਸਾਧ ਸੰਗਤ ਜੀਓ ਮਨ ਚਿਤ ਬਿਰਤੀਆਂ ਇਕਾਗਰ ਕਰਦੇ ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ। ਗੁਰੂ ਗਰੀਬ ਨਵਾਜ ਜੀ ਪਾਵਨ ਪਵਿੱਤਰ ਉਪਦੇਸ਼ ਹਾੜ ਮਹੀਨੇ ਦੁਆਰਾ ਦੇ ਰਹੇ ਹੈ। ਹਾੜ ਦਾ ਮਹੀਨਾ ਖਾਲਸਾ ਜੀ ਸਭ ਜਾਣਦੇ ਆ ਕਿ ਤਪਸ਼ ਵਾਲਾ ਹੈ। ਸਾਰੇ ਮਹੀਨਿਆਂ ਵਿੱਚੋਂ ਗਰਮੀ ਦਾ ਜੋਬਨ, ਗਰਮੀ ਦਾ ਸਿਖਰ ਹਾੜ ਦੇ ਮਹੀਨੇ ਮੰਨਿਆ ਜਾਂਦਾ ਹੈ। ਇੱਕ ਤਾਂ ਆ ਬਾਹਰੀ ਗਰਮੀ ਹੈ ਖਾਲਸਾ ਜੀ, ਜਿਹੜੀ ਸਥੂਲ ਸਰੀਰ ਨੂੰ ਲੱਗਦੀ ਪੰਜਾਂ ਤੱਤਾਂ ਦੇ ਨੂੰ, ਇਹ ਬਾਝ ਤਪਸ਼ ਹੈ। ਇੱਕ ਅੰਤਰੀਵ ਤਪਸ਼ ਹੈ ਜਿਹੜੀ ਜੀਓ ਤਪਤ ਹੈ ਬਾਹਰੋਂ ਬਾਹਰ। ਜਿਹੜੀ ਬਾਹਰੀ ਤਪਸ਼ ਹੈ ਖਾਲਸਾ ਜੀ ਸਰੀਰ ਨੂੰ ਲੱਗਣ ਵਾਲੀ, ਇਹਦਾ ਕੋਈ ਹੱਲ ਹੈ? ਅਜੋਕੇ ਸਮੇਂ ਵਿੱਚ ਸਾਇੰਸ ਦੇ ਤਰੱਕੀ ਕਰਨ ਕਾਰਨ ਇਹੋ ਜਿਹੇ ਤਰੀਕੇ ਬਣਾ ਲਏ ਜੀਵ ਨੇ ਗਰਮੀ ਦੇ ਵਿੱਚ ਵੀ ਏਸੀ ਆਦਿਕ ਲਾ ਕਰਕੇ ਸਰੀਰ ਨੂੰ ਸੁੱਖ ਦਿੱਤਾ ਜਾ ਸਕਦਾ ਹੈ, ਠੰਡਾ ਕੀਤਾ ਜਾ ਸਕਦਾ ਹੈ। ਇਹੋ ਜਿਹੇ ਸਮੇਂ ਬਣਾਏ ਜਾ ਸਕਦੇ ਹੈ ਗਰਮੀ ਦੇ ਵਿੱਚ ਹੀ ਠੰਡ ਵਰਗਾ ਮਾਹੌਲ ਬਣਾਉਂਦਾ। ਏਅਰ ਕੰਡੀਸ਼ਨਰ, ਏਸੀ ਆਦਿਕ ਬਣੇ ਹੈ। ਇਹ ਸਰੀਰ ਨੂੰ ਖਾਲਸਾ ਜੀ ਠਾਰ ਸਕਦੇ ਆ। ਇਹ ਬਾਹਰ ਜਿਹੜੀ ਬਾਝ ਤਪਸ਼ ਹੈ ਉਹਨੂੰ ਦੂਰ ਕਰ ਸਕਦੇ ਹਨ। ਪਰ ਜਿਹੜੀ ਅੰਤਰੀਵ ਤਪਸ਼ ਹੈ ਜੀਵਾਂ ਦੇ ਹਿਰਦੇ ਅੰਦਰ, ਉਹਨੂੰ ਦੂਰ ਕਰਨ ਵਾਸਤੇ ਕੋਈ ਵੀ ਬਾਹਰੀ ਸਾਧਨ ਖਾਲਸਾ ਜੀ ਕੰਮ ਆਉਂਦਾ ਨਹੀਂ। ਮਨ ਦੀ ਤਪਸ਼ ਜਿਹੜੀ ਹੈ ਜੀਓ ਤਪਤ ਹੈ ਬਾਰੋ ਬਾਰ। ਉਹ ਤਪਦਾ ਹੋਇਆ ਜੀੜਾ ਠੰਡਾ ਕਿਵੇਂ ਹੋਵੇ, ਉਹਦੇ ਵਾਸਤੇ ਖਾਲਸਾ ਜੀ ਨਾਮ ਹੈ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹਰੀ ਦਾ ਨਾਮ ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਉਹ ਖਾਲਸਾ ਜੀ ਹਰੀ ਪਰਮੇਸ਼ਰ ਦਾ ਨਾਮ ਹੈ, ਜਿਹਦੇ ਨਾਲ ਸੜੇ ਹੋਏ ਹਿਰਦੇ, ਦੁਖੀ ਹੋਏ ਹਿਰਦੇ ਵੀ ਠੰਡ ਨੂੰ ਪ੍ਰਾਪਤ ਹੁੰਦੇ ਹਨ, ਹਿਰਦੇ ਵਿੱਚ ਸ਼ਾਂਤੀ ਆਉਂਦੀ ਹੈ। ਤੋ ਇਸ ਪ੍ਰਕਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਜਿੱਥੇ ਖਾਲਸਾ ਜੀ ਬਾਹਰੀ ਰੱਖਿਆ ਕਰਦੀ ਹੈ, ਬਾਹਰੀ ਤਾਪ ਤੋਂ ਰੱਖਿਆ ਕਰਦੀ ਹੈ, ਉੱਥੇ ਤਿੰਨ ਤਾਪ ਹੋਰ ਮੰਨੇਗਾ, ਤਿੰਨ ਤਪਸ਼ਾਂ ਹੋਰ ਮੰਨੀਆਂ ਹਨ। ਇੱਕ ਆਦੀ ਹੈ, ਜਿਹੜੇ ਮਾਨਸਿਕ ਰੋਗ ਹਨ, ਮਨ ਕਰਕੇ ਰੋਗ ਹਨ। ਦੂਸਰੇ ਖਾਲਸਾ ਜੀ ਵਿਆਧੀ ਰੋਗ ਹਨ, ਜਿਹੜੇ ਸਰੀਰ ਨੂੰ ਕੋਈ ਰੋਗ ਲੱਗਦਾ ਹੈ, ਕੋਈ ਸਰੀਰ ਨੂੰ ਕੋਈ ਕਮਜ਼ੋਰੀ ਆਉਣੀ ਜਾਂ ਸਰੀਰ ਉੱਪਰ ਕੋਈ ਰੋਗ ਉੱਠ ਆਉਣਾ, ਉਹ ਵਿਆਧੀ ਰੋਗ ਹੈ। ਇੱਕ ਉਪਾਧੀ ਰੋਗ ਹੈ, ਕੋਈ ਆਪਦੀ ਆਪਹੁਦਰੀ ਦੇ ਕਾਰਨ ਕਿਸੇ ਰੋਗ ਦਾ ਸਾਹਮਣਾ ਕਰਨਾ ਪੈਣਾ, ਕਿਸੇ ਨਾਲ ਝਗੜਾ ਕਰਨਾ, ਗਾਲ ਮੰਦਾ ਕੱਢਣਾ, ਉੱਥੇ ਝਗੜਾ ਹੋਣਾ ਤੇ ਦੂਸਰੀ ਧਿਰ ਵੱਲੋਂ ਸਿਰ ਪਾਟ ਦੇਣਾ, ਲੱਤ ਬਾਂਹ ਤੋੜ ਦੇਣੀ, ਇਹ ਉਪਾਧੀ ਤਾਪ ਮੰਨੇ ਹੋਏ ਹਨ। ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕੋ ਬਿਘਨ ਨ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਸਤਿਗੁਰਾਂ ਦਾ ਪਾਵਨ ਪਵਿੱਤਰ ਨਾਮ ਖਾਲਸਾ ਜੀ ਤਿੰਨਾਂ ਤਾਪਾਂ ਨੂੰ, ਆਦਿ ਵਿਆਧੀ ਉਪਾਧੀ ਨੂੰ ਨਾਸ਼ ਕਰਨ ਵਾਲਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਹਾੜ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ, ਆਸਾੜ ਤਪੰਦਾ ਤਿਸ ਲੱਗੈ। ਹੇ ਮੇਰੇ ਭਾਈ, ਹੇ ਮੇਰੇ ਮਨ, ਇਹ ਹਾੜ ਦਾ ਮਹੀਨਾ ਖਾਲਸਾ ਜੀ ਕੀ ਆ? ਕਲਯੁਗ ਹੈ। ਕਲਯੁਗ ਰੂਪੀ ਹਾੜ ਦਾ ਮਹੀਨਾ ਤਪੰਦਾ ਤਿਸ ਲੱਗੈ, ਉਸ ਨੂੰ ਦੁੱਖ ਦਿੰਦਾ ਹੈ। ਹਰ ਨਾਹੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਹਿਰਦੇ ਰੂਪੀ ਸੇਜਾ ਦੇ ਪਾਸ
ਹਰੀ ਪਰਮੇਸ਼ਰ ਪਤੀ ਨਹੀਂ ਹੈ। ਕਲਯੁਗ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਸ੍ਰੀ ਨਾਨਕ ਪ੍ਰਕਾਸ਼ ਅੰਦਰ ਇਹ ਪ੍ਰਕਰਨ ਆਉਂਦਾ ਹੈ। ਮਹਾਰਾਜ ਬਾਬਾ ਬਾਲਾ ਜੀ ਨੂੰ ਕਹਿੰਦੇ ਆ ਕਿ ਵੇਖ ਬਾਲੇ, ਪੁੱਛਿਆ ਸੀ ਭਾਈ ਬਾਲਾ ਜੀਆਂ ਤਥਾ ਬਾਬਾ ਮਰਦਾਨਾ ਜੀਆਂ ਨੇ, ਮਹਾਰਾਜ ਕਲਯੁਗ ਕੀ ਹੈ, ਇਹਦਾ ਰੂਪ ਕੀ ਹੈ? ਮਹਾਰਾਜ ਕਹਿੰਦੇ ਮਰਦਾਨੇ, ਹੇ ਬਾਲੇ, ਕਲਯੁਗ ਦਾ ਰੂਪ ਤੇ ਕੋਈ ਨਹੀਂ। ਧਰਤੀ ਵੀ ਉਹੀ ਹੈ, ਆਸਮਾਨ ਵੀ ਉਹੀ ਹੈ, ਰੁੱਖ ਬਿਰਖ ਸਭ ਕੁਝ ਉਹੀ ਹੈ। ਪੰਜ ਤੱਤਾਂ ਦੇ ਸਥੂਲ ਸਰੀਰ ਵੀ ਉਹੀ ਹੈ, ਪੰਜ ਤੱਤਾਂ ਦਾ ਪਸਾਰਾ ਵੀ ਉਹੀ ਹੈ। ਕਲਯੁਗ ਕਿਤੇ ਨਹੀਂ। ਫਿਰ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਫਿਰ ਕਲਯੁਗ ਕਿੱਥੇ ਹੈ? ਤੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਰਦਾਨੇ, ਮਨ ਫਿਰ ਗਏ, ਨਾਮ ਤੋਂ ਹੀਣੇ ਹੋ ਗਏ, ਕਲਯੁਗ ਆ ਗਿਆ ਹੈ। ਜਿਹੜਾ ਖਾਲਸਾ ਜੀ ਮਨ ਫਿਰ ਜਾਂਦਾ ਹੈ, ਜਿਹਦਾ ਮਨ ਸਵੱਛ ਹੈ, ਗੁਣਾਂ ਦੇ ਨਾਲ ਭਰਪੂਰ ਹੈ, ਉਹ ਖਾਲਸਾ ਜੀ ਕਲਯੁਗ ਦੇ ਵਿੱਚ ਵੀ ਸਤਯੁਗ ਭੋਗਦਾ ਹੈ। ਜਿਨ੍ਹਾਂ ਜੀਵਾਂ ਦਾ ਮਨ ਪਾਪਾਂ ਕਰਕੇ ਮਲੀਨ ਹੈ, ਦੁਸ਼ਕਰਮ ਕਰਮ ਵਾਲੇ ਹਨ, ਉਹ ਜੀਵ ਜਿਹੜੇ ਆ ਉਹ ਚਾਹੇ ਸਤਯੁਗ ਵਿੱਚ ਵੀ ਹੋਣ, ਸਤਯੁਗ ਵਿੱਚ ਵੀ ਉਹਨਾਂ ਵਾਸਤੇ ਕਲਯੁਗ ਹੈ। ਇਹੋ ਜਿਹੀ ਹਾਲਤ ਜੀਵਾਂ ਦੀ ਤਦੇ ਹੈ ਕਿਉਂਕਿ ਨਾਮ ਤੋਂ ਹੀਣੇ ਹਨ। ਤੋ ਇਸੇ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ, ਹਾੜ ਦਾ ਮਹੀਨਾ ਪਈ ਕੀ ਉਹ ਕਲਯੁਗ ਹੈ। ਕਲਯੁਗ ਕਿਹਨਾਂ ਨੂੰ ਦੁੱਖ ਦਿੰਦਾ ਹੈ? ਹਰ ਨਾ ਹੋ ਨਾ ਜਿਨ੍ਹਾਂ ਪਾਸ ਹਰੀ ਪ੍ਰਭੂ ਪਰਮੇਸ਼ਰ ਨਹੀਂ ਹੈ। ਅਥਵਾ ਇਹਦਾ ਇਉਂ ਵੀ ਅਰਥ ਜਾਣੀਏ, ਆਸਾੜ ਤਪੰਦਾ ਤਿਸ ਲੱਗਾ। ਹਾੜ ਦਾ ਮਹੀਨਾ ਕੀ ਆ ਖਾਲਸਾ ਜੀ? ਉਹ ਮਨੁੱਖਾ ਸਰੀਰ ਹੈ। ਕਈਆਂ ਵਾਸਤੇ ਮਨੁੱਖਾ ਸਰੀਰ ਹੀ ਤਪੰਦਾ ਸਾੜਾ ਬਣਿਆ ਹੋਇਆ ਹੈ, ਉਹਨਾਂ ਨੂੰ ਮਨੁੱਖਾ ਸਰੀਰ ਹੀ ਦੁੱਖ ਦੇ ਰਿਹਾ ਹੈ। ਉਹਦਾ ਕਾਰਨ ਕੀ ਹੈ? ਹਰ ਨਾ ਹੋ ਨਾ ਜਿਨ੍ਹਾਂ ਪਾਸ। ਹਰੀ ਪਰਮੇਸ਼ਰ ਜਿਹੜਾ ਪਤੀ ਹੈ, ਸਭ ਦਾ ਪ੍ਰੇਮ ਕਰਨ ਵਾਲਾ, ਸਭ ਨੂੰ ਪ੍ਰੇਮ ਕਰਨ ਵਾਲਾ ਹੈ। ਉਹ ਪ੍ਰਭੂ ਪਤੀ ਪਰਮੇਸ਼ਰ ਜਿਨ੍ਹਾਂ ਦੇ ਪਾਸ ਨਹੀਂ, ਉਹਨਾਂ ਨੂੰ ਇਹ ਕਲਯੁਗ ਦਾ ਤਥਾ ਇਹ ਸਰੀਰ ਰੂਪੀ ਹਾੜ ਦਾ ਮਹੀਨਾ ਦੁਖੀ ਕਰਦਾ ਹੈ। ਤੇ ਹਾੜ ਜਿਹੜਾ ਅਸਾੜ, ਇਹ ਹਾੜ ਦਾ ਮਹੀਨਾ ਕਿਹਨੂੰ ਕਹਿੰਦੇ? ਆਸਾੜ ਲਿਖਿਆ ਮਹਾਰਾਜ ਨੇ ਇੱਥੇ। ਆਸਾੜ ਦਾ ਅਰਥ ਹੈ ਆ ਕੇ ਚਾਰੇ ਪਾਸਿਓਂ ਸਾੜਨ ਵਾਲਾ, ਸੋ ਕਹੀਏ ਆਸਾੜ। ਜਿਹੜਾ ਚਾਰੇ ਪਾਸਿਓਂ ਆਣ ਕੇ ਸਾੜਦਾ ਹੈ ਗਰਮੀ ਦੁਆਰਾ, ਉਹ ਕਹੀਏ ਹਾੜ ਮਹੀਨਾ ਆਸਾੜ। ਤੋ ਮਹਾਰਾਜ ਕਿਰਪਾ ਕਰਦੇ ਆ, ਕਹਿੰਦੇ ਭਾਈ ਮਨ ਤਪ ਰਹੇ ਆ, ਨਾਮ ਨੀ ਹਿਰਦੇ ਦੇ ਵਿੱਚ। ਹਰ ਜਗ ਜੀਵਨ ਪੁਰਖ ਤਿਆਗ ਕੈ। ਤੋ ਜਿਨ੍ਹਾਂ ਨੇ ਜਗ ਦੇ ਜੀਵਨ ਦੇਣ ਵਾਲੇ ਪ੍ਰਭੂ ਪਰਮੇਸ਼ਰ ਏਕਾ ਪੁਰਖ ਸਬਾਈ ਨਾਰ, ਉਸ ਅਕਾਲ ਪੁਰਖ ਨੂੰ ਤਿਆਗ ਕੇ ਛੱਡ ਦਿੱਤਾ ਹੈ। ਉਸ ਪਰਮੇਸ਼ਰ ਨੂੰ ਜਿਹੜੇ ਜੀਵ ਧਿਆਉਂਦੇ ਨਹੀਂ ਹਨ। ਮਾਨਸ ਸੰਧੀ ਆਸ। ਤੇ ਕੇਵਲ ਇੱਕ ਮਨੁੱਖਾਂ ਦੀ ਆਸ ਰੱਖੀ ਹੋਈ ਹੈ। ਜਿਨ੍ਹਾਂ ਨੇ ਕੇਵਲ ਤੇ ਕੇਵਲ ਮਨੁੱਖ ਤੋਂ ਸੰਧੀ ਕਹੀਏ ਸਹਾਇਤਾ ਦੀ ਆਸ ਰੱਖਦੇ ਹਨ। ਮਾਨਸ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ। ਪ੍ਰਭੂ ਪਰਮੇਸ਼ਰ ਨੂੰ ਛੱਡ ਕਰਕੇ ਤੇ ਮਨੁੱਖਾਂ ਦੀ ਆਸ, ਬੰਦੇ ਦੀ ਆਸ ਰੱਖਦੇ ਹਨ। ਪਰ ਮਹਾਰਾਜ ਕਹਿੰਦੇ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੈ ਜਨ ਭਾਰ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਹੋ ਜਿਹੀ ਹਾਲਤ ਹੈ। ਪਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਛੱਡਿਆ ਹੈ ਤੇ ਮਨੁੱਖ ਦੀ ਆਸ ਕਿਸੇ ਬੰਦੇ ਤੇ ਆਸਾ ਰੱਖਦੇ ਹਨ। ਦੋਇਆ ਭਾਏ ਵਿਗੁਚੀਐ। ਜਿਹੜੇ ਦੋਇਆ ਕਹੀਏ ਦੁਤੀ ਭਾਵ ਵਿੱਚ ਪੈ ਗਏ, ਉਹ ਫਿਰ ਵਗੁਚੀਆ ਖੁਆਰ ਹੁੰਦੇ ਹਨ। ਪਰਮੇਸ਼ਰ ਤੇ ਵੀ ਭਰੋਸਾ ਕਰਦੇ ਆ, ਪਰ ਦੁਤੀ ਕੀ ਹੈ ਖਾਲਸਾ ਜੀ? ਦੂਸਰੇ ਪਾਸੇ ਦੇਵੀ ਦੇਵਤੇ ਨੂੰ ਮੰਨਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਤਾਂ ਹੈ ਪਰ ਪੂਰਨ ਨਹੀਂ। ਨਾਲ ਨਾਲ ਦੇਵੀ ਦੇਵਤੇ ਨੂੰ, ਮੜੀ ਮਸਾਣੀ ਨੂੰ ਮੰਨਣਾ, ਕਿਸੇ ਦੇਹਧਾਰੀ ਦੀ ਪੂਜਾ ਪ੍ਰਤਿਸ਼ਠਾ ਪਰਮੇਸ਼ਰ ਵਾਂਗ ਕਰਨੀ, ਇਹ ਦੁਤੀ ਭਾ ਹੈ। ਜਿਹੜੇ ਦੁਤੀ ਭਾ ਨੂੰ ਪ੍ਰਾਪਤ ਹੋ ਗਏ ਜਾਂ ਜਿਹੜੇ ਦੁਤੀ ਭਾ ਦੁਐਸ਼ ਵਿੱਚ ਪਏ ਹੈ, ਮਹਾਰਾਜ ਕਹਿੰਦੇ ਵਗੁੱਚੀ ਹੈ। ਇਸ ਲੋਕ ਵਿੱਚ ਵੀ ਖੱਜਲ ਹੁੰਦੇ ਹਨ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਖੁਆਰੀ ਹੁੰਦੀ ਹੈ।
ਗਲ ਪਈਸ ਜਮ ਕੀ ਫਾਸ। ਤੋ ਉਹਨਾਂ ਦੇ ਗਲ ਦੇ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਜਿਹੜੇ ਦੂਜੇ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਡੁੱਬਿਆ ਹੀ ਹੁੰਦਾ ਹੈ। ਜਿਹੜੇ ਦੋ ਪਾਸੇ ਤਾਂ ਤੁਰਦੇ ਵੈ ਪਰਮੇਸ਼ਰ ਨੂੰ ਛੱਡ ਕੇ, ਹੋਰ ਪਾਸੇ ਵੀ ਜਿਹੜੇ ਵੈ ਪੂਜਾ ਪ੍ਰਤਿਸ਼ਠਾ ਕਰਦੇ ਦੁਤੀ ਭਾ ਨੂੰ, ਜਿਹੜੇ ਰੁੱਝੇ ਹੋਏ ਦੁਤੀ ਭਾ ਦੇ ਅੰਦਰ ਮਹਾਰਾਜ ਕਹਿੰਦੇ ਦੁਆਇਸ਼ ਵਿੱਚ ਲੱਗਿਆਂ ਹੋਇਆਂ ਨੂੰ ਪਈ ਸੋ ਜਮ ਕੀ ਫਾਸ। ਤਿਨਾਂ ਦੇ ਜਿਹੜੇ ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਜੇਹਾ ਬੀਜੈ ਸੋ ਲੁਣੈ। ਇਹ ਮੇਰੇ ਮਨ, ਜਿਹਾ ਤੂੰ ਬੀਜੇਗਾ ਉਹ ਲੁਣੈ ਕਈਏ ਵੱਢਣਾ ਪੈਂਦਾ। ਸਰੀਰ ਖਾਲਸਾ ਜੀ ਕੀ ਇਹ ਖੇਤ ਹੈ, ਕਰਮ ਬੀਜ ਹੈ। ਤੋ ਜਿਹੜਾ ਸਰੀਰ ਖੇਤ ਵਿੱਚ ਕਰਮ ਸ਼ੁਭ ਅਸ਼ੁਭ ਰੂਪੀ ਕਰਮ ਰੂਪੀ ਬੀਜ ਬੀਜਾਂਗੇ, ਉਹੀ ਫਿਰ ਅੰਤਲੇ ਸਮੇਂ ਵੱਢਣਾ ਪੈਂਦਾ ਹੈ। ਮਹਾਰਾਜ ਕਹਿੰਦੇ ਆ ਕਿਰਪਾ ਕਰਦੇ ਜਿਹਾ ਬੀਜੈ ਸੋ ਲੁਣੈ। ਹੇ ਮੇਰੇ ਮਨ, ਜੇ ਚੰਗਾ ਕਰਮ ਕਰੇਗਾ ਉਹਦਾ ਫਲ ਸੁਖ ਹੈ, ਜੇ ਦੁਸਤਰ ਕਰਮ ਕਰੇਗਾ, ਖੋਟਾ ਕਰਮ ਕਰੇਗਾ, ਉਹਦਾ ਫਲ ਦੁੱਖ ਹੈ। ਤੋ ਚੰਗੇ ਦਾ ਫਲ ਚੰਗਾ ਹੈ, ਅੰਤ ਭਲੇ ਦਾ ਭਲਾ। ਔਰ ਜੇਕਰ ਕੋਈ ਖੋਟਾ ਕਰਮ ਕਰੇਗਾ ਪਾਪ ਕਮਾਵੇਗਾ। ਅੰਤਲੇ ਸਮੇਂ ਜੇ ਜੱਟ ਮੱਕੀ ਬੀਜੇ ਮੱਕੀ ਵੱਢੇਗਾ, ਝੋਨਾ ਨਹੀਂ। ਜੇ ਜੱਟ ਬੀਜੇਗਾ ਝੋਨਾ, ਉਹਦੀ ਕਣਕ ਨਹੀਂ ਮਿਲੇਗੀ, ਝੋਨੇ ਦਾ ਝੋਨਾ ਵੱਢਣਾ ਪੈਂਦਾ ਹੈ। ਤੋ ਮਹਾਰਾਜ ਕਹਿੰਦੇ ਭਾਈ ਜੇ ਚੰਗੇ ਕਰਮ ਕਰੇਗਾ ਉਹਦਾ ਫਲ ਸੁਖ ਵੱਢੇਗਾ, ਔਰ ਜੇਕਰ ਖੋਟੇ ਕਰਮ ਕਰੇਗਾ ਤੇ ਉਹਦਾ ਫਲ ਤੈਨੂੰ ਦੁੱਖ ਪ੍ਰਾਪਤ ਹੋਵੇਗਾ। ਮੱਥੈ ਜੋ ਲਿਖਿਆ ਸੋ। ਕਿਉਂਕਿ ਜਿਹੜੇ ਕਰਮ ਕੀਤੇ ਹੋਏ ਮੱਥੇ ਉੱਪਰ ਲਿਖੇ ਜਾਂਦੇ ਵਾ, ਤੋ ਜੋ ਵੀ ਤੇਰੇ ਮੱਥੇ ਉੱਪਰ ਲਿਖਿਆ ਹੈ ਉਹ ਤੈਨੂੰ ਪ੍ਰਾਪਤ ਹੋਵੇਗਾ। ਚਾਹੇ ਉਹ ਧਨ ਹੈ, ਤੋ ਚਾਹੇ ਉਹ ਸਤ ਸੰਗਤ ਹੈ, ਮਨੁੱਖਾ ਦੇਹੀ ਵੀ ਪ੍ਰਾਪਤ ਹੋਈ ਵੈ, ਇਹ ਵੀ ਤੇਰੇ ਸ਼ੁਭ ਕਰਮਾਂ ਦਾ ਫਲ ਹੈ। ਤੇ ਜੋ ਇਸ ਮਨੁੱਖਾ ਦੇਹੀ ਵਿੱਚ ਸਰੀਰ ਧਾਰ ਕੇ ਕਰੇਗਾ, ਉਹਦਾ ਫਲ ਤੈਨੂੰ ਫੇਰ ਵੱਢਣਾ ਪਵੇਗਾ। ਇੱਕ ਖਾਲਸਾ ਜੀ ਆਸ ਰਾਜਾ ਹੋਇਆ। ਇਹ ਹੈ ਤਾਂ ਬੜਾ ਧਰਮੀ ਸੀ ਰਾਜਾ, ਪਰ ਰਾਜ ਭਾਗ ਜਿਹੜਾ ਹੈ ਨਾ, ਜਦੋਂ ਕੋਈ ਵੀ ਪੁਰਾਣੀ ਤਾਕਤ ਵਿੱਚ ਆਉਂਦਾ ਉਹ ਸੁਤੇ ਹੀ ਸਿੱਧੀ ਹੰਕਾਰੀ ਹੋ ਜਾਂਦਾ, ਫਿਰ ਪਾਪ ਕਰਨੋਂ ਨਹੀਂ ਟਲਦਾ। ਇੱਕ ਕੋਈ ਪੂਰਨ ਸਾਧੂ ਭੀਖਿਆ ਮੰਗਦਾ ਮੰਗਦਾ, ਦਕਸ਼ਣਾ ਲੈਂਦਾ ਲੈਂਦਾ ਆਸ ਰਾਜੇ ਦੇ ਦਰਬਾਰ ਆਇਆ। ਪੁੱਛਿਆ ਵੀ ਰਾਜਨ ਕਿੱਥੇ ਹੈ? ਕਹਿੰਦੇ ਜੀ ਉਹ ਤਾਂ ਘੋੜਿਆਂ ਵਾਲੇ ਤਬੇਲੇ ਵਿੱਚ ਘੋੜੇ ਦੀ ਖਰੀਦੋ ਫਰੌਤੀ ਕਰ ਰਹੇ ਆ, ਵਪਾਰੀ ਆਏ ਹੋਏ ਆ। ਇਹ ਸਾਧੂ ਜਿਹੜਾ ਸੀ ਵਿਚਾਰਾ ਉਹਦੇ ਮਗਰ ਹੀ ਤਬੇਲੇ ਵਿੱਚ ਚਲਾ ਗਿਆ। ਤੇ ਇਹਨੇ ਉੱਥੇ ਰਾਜਨ ਨੂੰ ਆਖਿਆ ਕਿ ਭਾਈ ਪਰਮੇਸ਼ਰ ਦੇ ਨਿਮਿਤ ਕੋਈ ਦਾਨ ਕਰ। ਰਾਜਨ ਨੇ ਇਹਦੀ ਗੱਲ ਸੁਣੀ, ਅਣਗੌਲੀ ਕਰ ਦਿੱਤੀ। ਕੁਝ ਸਮੇਂ ਬਾਅਦ ਉਹ ਮਹੰਤ ਫਿਰ ਬੋਲੇ ਕਿ ਇਹ ਰਾਜਨ, ਤੇਰੇ ਦਰ ਤੇ ਆਏ ਆ, ਤੂੰ ਰਾਜਾ ਹੈ, ਕੋਈ ਨਾ ਕੋਈ ਭਾਈ ਦਾਨ ਕਰ ਸਾਧੂਆਂ ਦੇ ਤਾਈਂ। 2 ਵਾਰੀ ਫੇਰ ਉਹ ਗੱਲ ਅਣਸੁਣੀ ਕੀਤੀ। ਤੀਜੀ ਵਾਰੀ ਫੇਰ ਬੋਲਿਆ। ਰਾਜਾ ਇਹੋ ਜਿਹੇ ਹੁੰਦੇ, ਉਹਨੇ ਉੱਥੋਂ ਚੁੱਕੀ ਲਿੱਦ ਤੇ ਉਹਦੀ ਝੋਲੀ ਵਿੱਚ ਪਾ ਦਿੱਤੀ। ਉਹ ਸਾਧੂ ਵੀ ਸਬਰ ਸੰਤੋਖ ਵਾਲੇ ਸੀ, ਕ੍ਰੋਧ ਨਾ ਕੀਤਾ ਤੇ ਉਵੇਂ ਗੰਢ ਬੰਨ ਕੇ ਉਹ ਦਿੱਤੀ ਹੋਈ ਆਸ ਰਾਜੇ ਦੀ ਲਿੱਦ ਨੂੰ ਮੋਢੇ ਮਾਰਿਆ ਤੇ ਆਪਦੇ ਡੇਰੇ ਚਲਾ ਗਿਆ। ਸਮਾਂ ਬੀਤ ਗਿਆ। ਆਸ ਰਾਜਾ ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਜੰਗਲ ਨੂੰ ਗਿਆ। ਇੱਥੇ ਉਸੇ ਹੀ ਸਾਧੂ ਦਾ ਡੇਰਾ, ਔਰ ਉਹਦੇ ਬੂਹੇ ਅੱਗੇ ਲਿੱਦ ਦਾ ਬਹੁਤ ਵੱਡੀ ਰੂੜੀ ਢੇਰ ਲੱਗਾ ਵੇਖਿਆ। ਆਸ ਰਾਜਾ ਆਪਦੇ ਵਜ਼ੀਰ ਨੂੰ ਕਹਿੰਦਾ ਵੀ ਇਹ ਸਾਧੂ ਕੋਲ ਘੋੜੀ ਨਹੀਂ, ਜੋੜੀ ਨਹੀਂ, ਤੇ ਲਿੱਦ ਕਿੰਨੀ ਢੇਰ ਲਾਈ ਬੈਠਾ। ਪਤਾ ਕਰੋ ਵੀ ਕਿਤੇ ਦੂਸਰੇ ਦੇਸ਼ ਤੋਂ ਦੂਸਰੇ ਰਾਜੇ ਇੱਥੇ ਆ ਕੇ ਠਹਿਰਦੇ ਤਾਂ ਨਹੀਂ। ਜਾ ਕੇ ਵੇਖਿਆ, ਉਹ ਵਜ਼ੀਰਾਂ ਨੇ ਸੈਨਿਕਾਂ ਪੁੱਛਿਆ ਸਾਧੂ ਨੂੰ ਕਿ ਮਹਾਂਪੁਰਸ਼ੋ ਘੋੜੀ ਤੁਹਾਡੇ ਪਾਸ ਕੋਈ ਹੈ ਨਹੀਂ, ਆ ਲਿੱਦ ਕਿਹਦੀ ਜੋੜੀ ਹੋਈ ਹੈ? ਕਹਿੰਦੇ ਤੁਹਾਡੇ ਰਾਜੇ ਦੀ ਹੈ। ਕਹਿੰਦੇ ਰਾਜੇ ਨੇ ਇੰਨੀ ਲਿੱਦ ਕਦੋਂ ਇੱਥੇ ਸਟਵਾਤੀ? ਕਹਿੰਦੇ ਨਹੀਂ, ਘਰੇ ਗਏ ਨੂੰ ਦਿੱਤੀ ਸੀ ਅਸੀਂ, ਉਹ ਇਹਨੇ ਸਾਡੀ ਝੋਲੀ ਵਿੱਚ ਲਿੱਦ ਪਾਈ। ਅਸੀਂ ਆਖਿਆ ਇਹ ਰਾਜਨ ਤੇਰਾ ਦਾਨ ਫਲੀਭੂਤ ਹੋਵੇ। ਉਹ ਹੁਣ ਫਲੀਭੂਤ ਹੋ ਰਿਹਾ। ਉਹ ਬਹੁਤ ਵੱਡੀ ਰੂੜੀ ਲੱਗੀ ਵੇਖੀ। ਰਾਜਾ ਵੀ ਦੌੜਿਆ ਆਇਆ, ਫਿਰ ਪਵੇ ਪੈਰੀ ਆਖੇ ਮਹਾਰਾਜ ਭੁੱਲ ਹੋ ਗਈ। ਉਹ
ਸਾਧੂ ਕਹਿੰਦੇ ਨਹੀਂ ਰਾਜਨ, ਸਾਡਾ ਕੋਈ ਦੋਸ਼ ਨਹੀਂ ਭਾਈ, ਇਹ ਤਾਂ ਕਰਮ ਹੈ, ਜਿਹੋ ਜਿਹਾ ਕਰਾਂਗੇ ਉਹਦੀ ਪ੍ਰਾਪਤੀ ਤੁਹਾਨੂੰ ਅਵਸ਼ ਹੋਵੇਗੀ। ਉਹ ਰਾਜਾ ਫਿਰ ਕਹਿੰਦਾ ਹੈ ਕਿਵੇਂ ਮੈਨੂੰ ਖਾਣੀ ਪਵੇਗੀ, ਇਹ ਨਹੀਂ ਹੋ ਸਕਦਾ। ਉਹ ਸਾਧੂ ਕਹਿੰਦੇ ਤਾਂ ਰਾਜਨ ਤੈਨੂੰ ਹੀ ਖਾਣੀ ਪੈਣੀ ਹੈ, ਜਿੱਥੇ ਮਰਜ਼ੀ ਦੌੜ ਲਾ। ਸਾਧੂ ਦਿਆਲੂ ਵੀ ਹੁੰਦੇ ਆ, ਰਾਜਾ ਲੇਲੜੀਆਂ ਕੱਢੇ, ਬੇਨਤੀਆਂ ਕਰੇ ਬਹੁਤ। ਉਹ ਕਹਿੰਦੇ ਚਲੋ ਇਉਂ ਹੈ, ਇਹ ਲਿਦ ਘਟ ਸਕਦੀ ਹੈ। ਆਸ ਰਾਜਾ ਪੁੱਛਦਾ ਜੀ ਕਿਵੇਂ? ਉਹ ਸਾਧੂ ਕਹਿੰਦੇ ਤੂੰ ਆਪਦੀ ਨਿੰਦਾ ਕਰਵਾ, ਜਿੰਨੀ ਨਿੰਦਾ ਤੇਰੀ ਹੋਵੇਗੀ ਤੇਰਾ ਜਿਹੜੀ ਵੰਡੇ ਦੀ ਲਿਦ ਉਹ ਨਿੰਦਕ ਖਾਣਗੇ। ਉਹ ਆਸ ਰਾਜੇ ਨੇ ਆਪਣੀ ਦੱਸਦੇ ਦੀ ਜਵਾਨ ਪੁੱਤਰੀ ਸੀ, ਉਹਨੂੰ ਰੱਥ ਉੱਪਰ ਚੜਾ ਲਿਆ, ਨਾਲ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਲਈ। ਵਿਖਾਉਣ ਵਜੋਂ ਹੈ ਤਾਂ ਧਰਮੀ ਸੀ। ਉਹ ਰੱਥ ਤੇ ਬਾਜ਼ਾਰ ਵਿੱਚ ਆਪਣੀ ਪੁੱਤਰੀ ਦੇ ਮੋਢੇ ਉੱਪਰ ਬਾਂਹ ਰੱਖ ਕੇ ਬਾਜ਼ਾਰ ਵਿੱਚ ਚੜਿਆ ਫਿਰੇ ਰੱਥ ਦੇ ਉੱਤੇ। ਜਿਹੜੇ ਲੋਕ ਹੁੰਦੇ ਆ ਉਹਨਾਂ ਨੇ ਫਿਰ ਬਹੁਤ ਨਿੰਦਾ ਕੀਤੀ, ਕਹਿੰਦੇ ਭਾਈ ਇਹ ਗਰਕ ਗਿਆ ਹੈ, ਚੰਗਾ ਭਲਾ ਹੁੰਦਾ ਸੀ, ਕੀ ਇਹਨੂੰ ਧੱਕ ਵੱਜੀ ਆ, ਵੇਖੋ ਇਹ ਕਿਵੇਂ ਆਪਦੀ ਪੁੱਤਰੀ ਦੇ ਮੋਢੇ ਉੱਪਰ ਹੱਥ ਰੱਖ ਕੇ ਸ਼ਰਾਬ ਦੀ ਬੋਤਲ ਪਕੜ ਤੇ ਰੱਥ ਤੇ ਚੜਿਆ ਫਿਰਦਾ। ਜਿਸ ਚੌਂਕ ਵਿੱਚ ਜਾਂਦਾ, ਜਿੱਥੇ ਮੁਹੱਲੇ ਵਿੱਚ ਥਾਂ ਥਾਂ ਨਿੰਦਾ ਹੋਣ ਲੱਗੀ, ਉਧਰ ਲਿਦ ਘਟਣੀ ਸ਼ੁਰੂ ਹੋ ਗਈ। ਭਾਵ ਕਿ ਇਹ ਤਾਂ ਅਨੁਮਾਨ ਪ੍ਰਮਾਣ ਹੈ ਨਾ, ਜੇ ਲਿਦ ਘਟੀ ਆ ਇੱਧਰ ਨਿੰਦਿਆ ਹੁੰਦੀ, ਮਤਲਬ ਕਿ ਉਹ ਲਿਦ ਜਿਹੜੀ ਨਿੰਦਕ ਖਾ ਰਹੇ ਆ। ਨਿੰਦਾ ਹੋ ਕੇ ਲਿਦ ਘਟਦੀ ਘਟ ਗਈ। ਕੁਝ ਸਮੇਂ ਬਾਅਦ ਰਾਜਾ ਫੇਰ ਸਾਧੂ ਦੇ ਪਾਸ ਗਿਆ। ਉਹ ਜਿੰਨੀ ਕੁ ਲਿਦ ਦਿੱਤੀ ਸੀ ਓਨੀ ਕੁ ਰਹਿ ਗਈ। ਤੇ ਰਾਜਾ ਕਹਿੰਦਾ ਮਰ ਜਾ, ਰਹਿ ਗਈ। ਕਹਿੰਦੇ ਰਾਜੇ ਦਿੱਤੀ ਹੈ ਤਾਂ ਖਾਣੀ ਪੈਣੀ ਹੈ। ਹੁਣ ਉਹ ਰਾਜਾ ਉਹ ਲਿਦ ਖਾਵੇ ਨਾ, ਕਹਿੰਦਾ ਨਹੀਂ ਜੀ ਮੈਂ ਨਹੀਂ ਇਹ ਕਾਰਜ ਕਰ ਸਕਦਾ, ਮੈਥੋਂ ਲਿਦ ਨਹੀਂ, ਮੈਂ ਰਾਜਾ, ਮੇਰੀ ਬਦਨਾਮੀ ਹੋਵੇਗੀ। ਕਹਿੰਦੇ ਰਾਜ ਨੂੰ ਫਿਰ ਲਿਦ ਦੇਣ ਬਾਰੇ ਸੋਚਣਾ ਸੀ ਨਾ। ਇਹ ਮੁੜ ਆਇਆ, ਕਹਿੰਦਾ ਮੈਂ ਨਹੀਂ ਖਾਵਾਂਗਾ। ਫਿਰ ਸਾਧ ਸੰਗਤ ਜੀ ਨਾ ਟਾਲਾ ਹੋਇਆ, ਫਿਰ ਪੁੱਛਦਾ ਸਾਧੂ ਨੂੰ, ਕਹਿੰਦਾ ਜੀ ਕੋਈ ਉਪਾਅ ਹੋਵੇ? ਕਹਿੰਦੇ ਜੀ ਇਹ ਸਾਧੂ ਕਹਿੰਦਾ ਤੇਰੀ ਦਿੱਤੀ ਲਿਦ ਇੱਕ ਗੱਲ ਕਰਕੇ ਨਾਸ਼ ਹੋ ਜੂਗੀ, ਜਿਹੜੀ ਥੋੜੀ ਰਹਿ ਗਈ ਕੋਈ ਪੂਰਾ ਸਾਧੂ ਤੇਰੀ ਨਿੰਦਿਆ ਕਰ ਦੇਵੇ। ਆਉਂਦਾ ਜੀ ਇਹ ਕਿਹੜਾ ਕੰਮ ਮਾੜਾ ਕਲਯੁਗ ਹੈ, ਵੱਡੇ ਵੱਡੇ ਸਾਧੂ ਨਿੰਦਿਆ ਕਰਨ ਲੱਗੇ ਹੋਏ ਆ। ਰਾਜਾ ਭੇਸ ਵਟਾ ਕੇ ਹੁਣ ਸਾਧੂ ਪੂਰਾ ਕਿਹੜਾ ਲੱਭਦਾ, ਇਹਦੇ ਕੋਲ ਹੀ ਆ ਗਿਆ। ਜਦੋਂ ਇਹਦੇ ਕੋਲ ਆਇਆ, ਆਂਦਾ ਜੀ ਵੇਖੋ ਆਸ ਰਾਜਾ ਬੜਾ ਮਾੜਾ, ਆਪਦੀ ਪੁੱਤਰੀ ਨੂੰ ਹੀ ਰੱਥ ਤੇ ਚਾੜੀ ਫਿਰਦਾ, ਸ਼ਰਾਬਾਂ ਪੀਂਦਾ ਹੈ। ਰਾਜੇ ਇਹੋ ਜਿਹੇ ਥੋੜਾ ਹੁੰਦੇ ਆ, ਹਨਾ ਮਹਾਤਮਾ ਜੀ। ਉਹ ਮਹਾਤਮਾ ਸਿਆਣ ਗਿਆ, ਉਹ ਕਹਿੰਦਾ ਰਾਜੇ ਤੂੰ ਮੈਨੂੰ ਹੀ ਲਿਦ ਖਵਾਉਣ ਨੂੰ ਫਿਰਦਾ, ਤਾਂ ਤੈਨੂੰ ਹੀ ਖਾਣੀ ਪੈਣੀ ਹੈ। ਫਿਰ ਭੱਜੇ ਨਾ ਖਾਵੇ ਲਿਦ। ਕੁਝ ਸਮਾਂ ਹੋਇਆ, ਇਹਨੂੰ ਰੋਗ ਇਹੋ ਜਿਹਾ ਲੱਗਾ ਆਸ ਰਾਜੇ ਨੂੰ, ਕਿਸੇ ਵੈਦ ਤੋਂ ਫਿਰ ਦਵਾ ਨਾ ਬਣੇ। ਜਦੋਂ ਦਵਾ ਨਾ ਬਣੇ, ਬੜੇ ਵੈਦਾਂ ਨੇ ਜ਼ੋਰ ਮਾਰਿਆ, ਹਾਰ ਕੇ ਫਿਰ ਉਹ ਵੈਦਾਂ ਦੱਸਿਆ ਵੀ ਤੈਨੂੰ ਸਾਧੂ ਦਾ ਸ਼ਰਾਪ ਹੋਇਆ ਹੋਇਆ, ਉਹ ਹੁਣ ਲਿਦ ਖਾਣ ਦਾ ਰਾਜੇ ਤੇਰਾ ਸਮਾਂ ਆ ਗਿਆ ਹੈ। ਇਹ ਵਿਚਾਰਾ ਫੇਰ ਸਾਧੂ ਕੋਲ ਗਿਆ। ਉਹ ਕਹਿੰਦਾ ਭਈ ਤੇਰੀ ਦਵਾਈ ਖਾ। ਫਿਰ ਚਰਨ ਪਕੜੇ, ਨਹੀਂ ਮਹਾਰਾਜ ਮੈਨੂੰ ਬਖਸ਼ੋ, ਭੁੱਲ ਹੋ ਗਈ, ਫਿਰ ਵੀ ਮੈਂ, ਤੁਸੀਂ ਜਿਹੜੇ ਹੋ ਕਿਰਪਾਲੂ ਹੋ। ਸਾਧੂ ਦੇ ਪਾਸ ਵਿਧੀ ਹੁੰਦੀ, ਉਹ ਕਹਿੰਦਾ ਖਾ ਲੈ, ਇਹਦੀ ਸਵਾਹ ਬਣਾ ਲਾ, ਸੁਕਾ ਕੇ ਸਾੜ ਕੇ ਸਵਾਹ ਬਣਾ ਲਾ, ਇਹਨੂੰ ਖਾ, ਖਾਣੀ ਪੈਣੀ, ਚਾਹੇ ਸਵਾਹ ਬਣਾ ਕੇ ਖਾ ਲਾ। ਉਹ ਰਾਜਾ ਲਿਦ ਚੁੱਕੀ ਜਿਹੜੀ ਦਿੱਤੀ ਸੀ ਨਾ ਹੱਥੀ, ਫਿਰ ਹੱਥੀ ਝੋਲੀ 'ਚ ਪਵਾ ਕੇ ਲੈ ਕੇ ਘਰ ਨੂੰ ਗਿਆ। ਉੱਥੇ ਜਾ ਕੇ ਫਿਰ ਉਹਨੂੰ ਸਾੜਿਆ, ਉਹ ਸਵਾਹ ਬਣਾ ਕੇ ਖਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਜੈ ਸੋ ਰੋਵੈ ਭੀਖਿਆ ਖਾਏ, ਨਾਲੇ ਰੋਂਦਾ ਅੱਖਾਂ 'ਚੋਂ ਪਾਣੀ ਕੇਰਦਾ, ਮੈਂ ਕਾਹਨੂੰ ਇਹ ਪਾਪ ਕਰਨਾ ਸੀ, ਸਾਧੂ ਨੂੰ ਲਿਦ ਨਾ ਦਿੰਦਾ, ਨਾ ਮੈਨੂੰ ਲਿਦ ਖਾਣੀ ਪੈਂਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ, ਭਾਈ ਜੈਹਾ ਬੀਜੈ ਸੋ ਲੁਣੈ, ਮੱਥੇ ਜੋ ਲਿਖਿਆਸ। ਜਿਹੋ ਜਿਹਾ ਭਾਈ ਕਰਮ ਕਰਾਂਗੇ ਉਹ ਵੱਢਣਾ ਪਵੇਗਾ, ਉਹੀ ਖੇਤ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢਣਾ ਪੈਂਦਾ। ਉਸੇ ਤਰ੍ਹਾਂ ਹੀ ਜਿਹੋ ਜਿਹੇ ਕਰਮ ਕਰਾਂਗੇ ਉਹ ਮੱਥੇ ਲਿਖੇ ਹੋਏ ਵੈ, ਉਹਨਾਂ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਰੈਣ ਵਿਹਾਣੀ ਪਛੋਤਾਣੀ। ਤੋ ਗਰੀਬ ਨਵਾਜ ਅੱਗੇ ਕਿਰਪਾ ਕਰਦੇ ਆ, ਇਹ ਮੇਰਾ ਮਨਾ ਜਾਂ ਹੇ ਜੀਵ,
ਉਮਰਾ ਰੂਪੀ ਰਹਿਣ ਰਾਤ ਹੈ, ਤੇ ਜਾਂ ਮਨੁੱਖਾ ਦੇਹੀ ਰੂਪੀ ਰਾਤ ਤੇ ਉਮਰਾ ਰੂਪੀ ਲੰਘਣਾ ਹੋ ਰਿਹਾ ਹੈ। ਜਦੋਂ ਉਮਰਾ ਰੂਪੀ ਬਤੀਤ ਹੋ ਜਾਂਦੀ ਹੈ, ਸਰੀਰ ਮਨੁੱਖਾ ਜਾਮੇ ਰੂਪੀ ਰਾਤ ਉਮਰਾ ਰੂਪੀ ਬਤੀਤੀ ਹੋ ਗਈ, ਪਛਤਾਣੀ ਫਿਰ ਪਛੋਤਾਉਂਦੇ ਆ ਚੱਲੇ ਜੁਆਰੀ ਦੋਏ ਹੱਥ ਚਾਰ। ਅੰਤਲੇ ਸਮੇਂ ਹਰ ਕੋਈ ਖਾਲਸਾ ਜੀ ਪਛਤਾਉਂਦਾ। ਉਹ ਫਿਰ ਕਹਿੰਦੇ ਸਾਰੀ ਉਮਰ ਜਿਹੜੇ ਕੰਮ ਕੀਤੇ ਉਹ ਸਾਥ ਨਾ ਆਏ, ਅੰਤਲੇ ਸਮੇਂ ਨਾਮ ਜੇ ਜਪਿਆ ਹੁੰਦਾ ਤੇ ਅੱਜ ਸਾਡਾ ਸਹਾਈ ਹੁੰਦਾ, ਸਾਡੀ ਸਹਾਇਤਾ ਕਰਦਾ। ਕਿਸੇ ਵੀ 80 100 ਸਵਾ ਸੌ ਸਾਲ ਜਿਹਨੇ ਨਾਮ ਨਹੀਂ ਜਪਿਆ ਉਸ ਬਜ਼ੁਰਗ ਨੂੰ ਪੁੱਛ ਕੇ ਵੇਖੋ, ਹਰ ਕੋਈ ਪਛਤਾਉਂਦਾ ਹੈ। ਉਹੀ ਪਛਤਾਉਂਦਾ ਵੈ ਕਿ ਮੈਂ ਸਾਰੀ ਉਮਰ ਜਿਹੜੀ ਵੈ ਭੋਗਾਂ ਪਦਾਰਥਾਂ ਵਿੱਚ ਲੰਘਾ ਦਿੱਤੀ ਤੇ ਪੱਲੇ ਹੁਣ ਜਾਂਦੀ ਵਾਰ ਪਛੋਤਾਵਾ ਰਹਿ ਗਿਆ ਹੈ। ਤੋ ਸੇ ਤਸਕਰ ਜੇ ਨਾਮ ਨਾ ਲੇਵ ਹੈ, ਉਹ ਚੋਰ ਹੈ ਸਾਰੇ ਮਾਰੇ। ਕਹਿੰਦੇ ਆਪਾਂ ਸਾਰੇ ਤੁਸੀਂ ਮੈਂ ਜਿਹੜੇ ਨਾਮ ਤੋਂ ਚਿੱਤ ਚਰਾਉਂਦੇ ਸਾਰੇ ਚੋਰ ਹੈ। ਤੇ ਉਮਰਾ ਰੂਪੀ ਰਾਤ ਲੰਘਾ ਕਰਕੇ ਪਛਤਾਉਣੀ, ਫਿਰ ਪਛੋਤਾਵੇ ਪੱਲੇ ਰਹਿ ਜਾਂਦੇ ਅੰਤਲੇ ਸਮੇਂ। ਉਠ ਚੱਲੀ ਗਈ ਨਿਰਾਸ, ਚਲੀ ਪੋਲਾ ਪਾਠ ਹੈ, ਉਠ ਚਲੀ ਗਈ ਨਿਰਾਸ। ਤੋ ਮਾਰੇ ਕਹਿੰਦੇ ਫਿਰ ਅੰਤਲੇ ਸਮੇਂ ਇਹ ਜਿਹੜੀ ਜੀਵ ਰੂਪ ਇਸਤਰੀ ਆ ਫਿਰ ਨਿਰਾਸ਼ ਹੋ ਕੇ ਜਾਂਦੀ ਇਸ ਸੰਸਾਰ ਤੋਂ, ਪੱਲੇ ਹੱਥ ਕੁਛ ਰਹਿੰਦਾ ਨਹੀਂ, ਮਨਮੁਖ ਚੱਲੇ ਮੂਲ ਗਵਾਏ ਜੀਓ। ਜਿਹੜਾ ਉਹ ਸਵਾਸਾਂ ਦੀ ਪੂੰਜੀ ਮਿਲੀ ਸੀ ਪਰਮੇਸ਼ਰ ਦੇ ਪਾਸਿਓਂ ਉਹ ਸਾਰੀ ਇੱਥੇ ਗਵਾ ਚੱਲੇ ਆ। ਵਣਜ ਵਪਾਰ ਪਰਮੇਸ਼ਰ ਦੇ ਨਾਮ ਦਾ ਕਰਨਾ ਸੀ ਸੋ ਤੋਂ ਕੀਤਾ ਨਹੀਂ, ਔਰ ਵਿਸ਼ੇ ਪਦਾਰਥ ਮਾਇਆ ਗੰਢਾਂ ਬੰਨੀਆਂ ਉਹ ਨਾਲ ਨਹੀਂ ਗਈ। ਜੋ ਨਾਲ ਜਾਣਾ ਸੀ ਉਹ ਇਕੱਠਾ ਨਾ ਕੀਤਾ, ਕਾਚਾ ਧਨ ਸੰਚੈ ਮੂਰਖ ਗਾਵਾਰਾ। ਔਰ ਜਿਹੜਾ ਧਨ ਨਾਲ ਜਾਣਾ ਸੀ ਉਹ ਨਾਮ ਹੈ, ਵਾਹਿਗੁਰੂ 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 ਵਾਹਿਗੁਰੂ, ਉਹ ਕਦੇ ਜਪਿਆ ਨਾ। ਤੇ ਫਿਰ ਅੰਤਲੇ ਸਮੇਂ ਨਿਰਾਸ਼ ਹੋ ਕਰਕੇ ਜੀਵ ਰੂਪ ਇਸਤਰੀ ਜਾਂਦੀ ਹੈ। ਜਿਨ ਕਾ ਸਾਧੂ ਭੇਟੀਐ, ਇਹ ਮੇਰੇ ਪਿਆਰੇ, ਜਿਨ੍ਹਾਂ ਪੁਰਖਾਂ ਨੂੰ ਜਿਨ੍ਹਾਂ ਦੇ ਵੱਡੇ ਭਾਗ ਹਨ, ਜਿਨ੍ਹਾਂ ਨੂੰ ਕਿਤੇ ਪੂਰਨ ਸਾਧੂ ਪੁਰਖ ਦੀ ਭੇਟੀਆ ਕਹੀਏ ਮਿਲਾਪ ਹੋ ਜਾਵੇ, ਪੂਰੇ ਸਾਧੂ ਦੀ ਕਿਤੇ ਸੰਗਤ ਮਿਲ ਜਾਵੇ, ਸੋ ਦਰਗਹਿ ਹੋਏ ਖਲਾਸ। ਉਹਨਾਂ ਦੀ ਫਿਰ ਉਸ ਦਰਗਾਹ ਦੇ ਵਿੱਚ ਖਲਾਸ ਕਹੀਏ ਖਲਾਸੀ ਕਰਾ ਦਿੰਦੇ, ਬੰਦ ਖਲਾਸੀ ਸਾਧੂ ਕਰਵਾ ਦਿੰਦੇ ਆ। ਜਿਨ੍ਹਾਂ ਨੂੰ ਕਿਤੇ ਪੂਰੇ ਸਾਧੂ ਦੀ ਸੰਗਤ ਹੋਵੇ ਉਹਨਾਂ ਦੀ ਬੰਦ ਖਲਾਸੀ ਫਿਰ ਪਰਮੇਸ਼ਰ ਉਸ ਧਰਮਰਾਜ ਦੀ ਦਰਗਾਹ ਉੱਪਰ ਉਹ ਸਾਧੂ ਆਪ ਕਰਵਾਉਂਦੇ ਹਨ। ਕਰ ਕਿਰਪਾ ਪ੍ਰਭ ਆਪਣੀ, ਹੇ ਮੇਰੇ ਪ੍ਰਭੂ ਪਰਮੇਸ਼ਰ ਮਹਾਰਾਜ ਤੁਸੀਂ ਦਇਆ ਕਰੋ, ਦਇਆ ਕਰੋ, ਕਿਛ ਮਿਹਰ ਉਪਾਵਾ ਡੁੱਬਦੇ ਪੱਥਰ ਤਾਰੇ। ਕਿਰਪਾ ਕਰੋ ਮਹਾਰਾਜ ਸਾਡੇ ਤੇ ਵੀ, ਆਪਣੀ ਤੁਸੀਂ ਦਇਆ ਕਰਨੀ ਕਰੋ। ਤੇਰੇ ਦਰਸ਼ਨ ਹੋਏ ਪਿਆਸ, ਸਾਡੇ ਮਨ ਵਿੱਚ ਮਹਾਰਾਜ ਪਿਆਸ ਹੈ ਕਿ ਤੇਰੇ ਦਰਸ਼ਨ ਹੋਏ, ਤੁਹਾਡੇ ਮਹਾਰਾਜ ਦਰਸ਼ਨ ਹੋ ਜਾਣ। ਦਰਸ਼ਨ ਖਾਲਸਾ ਜੀ ਕਿਰਪਾ ਵੀ 5 ਪ੍ਰਕਾਰ ਦੀ ਮੰਨੀ ਹੈ। ਇੱਕ ਮਨੁੱਖਾ ਸਰੀਰ ਮਿਲ ਜਾਣਾ ਵੀ ਕਿਰਪਾ ਹੈ। ਦੂਜੀ ਖਾਲਸਾ ਜੀ ਜਿਹੜਾ ਹੈ ਉਹ ਕਿਰਪਾ ਕੀ ਹੈ, ਚੰਗੀ ਬੁੱਧੀ ਹੋਣੀ, ਉਹ ਵੀ ਕਿਰਪਾ ਹੈ। ਤੀਸਰੀ ਕਿਰਪਾ ਹੈ ਸਤ ਸੰਗਤ ਮਿਲ ਜਾਣੀ। ਚੌਥੀ ਕਿਰਪਾ ਹੈ ਪੂਰਨ ਗੁਰੂ ਮਿਲ ਜਾਵੇ। ਔਰ ਪੰਜਵੀਂ ਕਿਰਪਾ ਹੈ ਨਾਮ ਜਪਣ ਨੂੰ ਮਨ ਕਰਨਾ ਜਾਂ ਨਾਮ ਦੀ ਪ੍ਰਾਪਤੀ ਹੋ ਜਾਵੇ। ਤੇ ਦਰਸ਼ਨ ਵੀ ਖਾਲਸਾ ਜੀ ਇਸ ਪ੍ਰਕਾਰ ਇੱਕ ਪ੍ਰਤੱਖ ਦਰਸ਼ਨ ਹੈ, ਜਿਵੇਂ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਰਦੇ ਹੋ। ਇਸ ਪ੍ਰਕਾਰ ਇੱਕ ਸੁਪਨ ਦਰਸ਼ਨ ਹੈ, ਸੁਪਨੇ ਦੇ ਵਿੱਚ ਹੀ ਕੋਈ ਦਰਸ਼ਨ ਹੋ ਜਾਣੇ ਪਰਮੇਸ਼ਰ ਪ੍ਰਭੂ ਦੇ। ਇੱਕ ਸ਼ਬਦ ਦਰਸ਼ਨ ਹੈ, ਜਿਵੇਂ ਸੰਧਿਆ ਸਮੇਂ ਤੁਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਇਤਿਹਾਸ ਦੀ ਕਥਾ ਸੁਣਦੇ ਹੋ। ਧੰਨ ਬਾਬਾ ਅਮਰਦਾਸ ਜੀ ਦੇ ਸੇਵਾ ਦਾ ਪ੍ਰਸੰਗ ਚੱਲ ਰਿਹਾ। ਉਹ ਕਵੀ ਜੀਆਂ ਨੇ ਸ਼ਬਦਾਂ ਦੁਆਰਾ ਆਪਾਂ ਸਾਰਿਆਂ ਨੂੰ ਹੂਬਹੂ ਦਰਸ਼ਨ ਕਰਵਾਏ ਹੋਏ ਆ, ਵੀ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ ਗੁਰੂ ਅਮਰਦਾਸ ਮਹਾਰਾਜ ਨੂੰ ਸੇਵਾ ਕਰਦਿਆਂ ਅਸੀਂ ਅੱਖੀਂ ਵੇਖ ਰਹੇ। ਇਹ ਸ਼ਬਦ ਦਰਸ਼ਨ ਹੈ। ਇੱਕ ਚਿੱਤਰ ਦਰਸ਼ਨ ਹੈ, ਇੱਥੇ 10 ਪਾਤਸ਼ਾਹੀਆਂ ਜੀ ਦੀਆਂ ਫੋਟੋਆਂ ਲੱਗੀਆਂ, ਵੇਖਦੇ ਹੋ ਆਪ ਘਰਾਂ ਵਿੱਚ ਵੀ ਹਨ। ਉਹਨਾਂ ਫੋਟੋਆਂ ਨੂੰ ਵੇਖ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਯਾਦ ਆ ਜਾਵੇ। ਉਸੇ ਵੇਲੇ ਸੁਰਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੱਲ ਚਲੀ ਜਾਂਦੀ। ਇਹ ਸ਼ਬਦ ਦਰਸ਼ਨ ਹੈ। ਤੋ ਇਹ ਪ੍ਰਤੱਖ ਦਰਸ਼ਨ ਹੈ, ਸੁਪਨ ਦਰਸ਼ਨ ਹੈ, ਸ਼ਬਦ ਦਰਸ਼ਨ ਹੈ, ਇਹ ਚਿੱਤਰ ਦਰਸ਼ਨ ਹੈ। ਚਿੱਤਰ ਜਿਹੜਾ
ਪ੍ਰਤੱਖ ਫੋਟੋ ਵੇਖ ਲੈਣੀ, ਉਹਦੇ ਰਾਹੀਂ ਸੁਰਤ ਕਿਤੇ ਉਸ ਫੋਟੋ ਦੇ ਜਿਹਦਾ ਚਿੱਤਰ ਹੈ ਉਸ ਵੱਲ ਚਲੀ ਜਾਵੇ। ਤੋ ਗੁਰੂ ਗਰੀਬ ਨਵਾਜ ਜੀ ਕਿਰਪਾ ਕਰਦੇ, ਮਹਾਰਾਜ ਸਾਡੇ ਤੇ ਦਇਆ ਕਰੋ, ਕਿਰਪਾ ਕਰ ਸਾਡੇ ਉੱਪਰ ਸੱਚੇ ਪਾਤਸ਼ਾਹ ਜੀ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਮਹਾਰਾਜ ਸਾਡੇ ਹਿਰਦੇ ਵਿੱਚ ਤੇਰੇ ਦਰਸ਼ਨਾਂ ਦੀ ਪਿਆਸਾ ਹੈ, ਕਿਰਪਾ ਸਾਡੇ ਤੇ ਇਹ ਕਰੋ ਵੀ ਤੇਰੇ ਦਰਸ਼ਨ ਹੋ ਜਾਣ ਸਾਨੂੰ, ਚਾਹੇ ਸੁਪਨ ਹੋ ਜਾਣ, ਚਾਹੇ ਪ੍ਰਤੱਖ ਹੋ ਜਾਣ, ਤੇ ਚਾਹੇ ਉਹ ਸ਼ਬਦ ਦਰਸ਼ਨ ਹੋ ਜਾਣ, ਤੇ ਚਾਹੇ ਉਹ ਚਿੱਤਰ ਦਰਸ਼ਨ ਹੋ ਜਾਣ। ਪਰ ਸਾਰਿਆਂ ਤੋਂ ਵੱਧ ਆਨੰਦ ਖਾਲਸਾ ਜੀ ਪ੍ਰਤੱਖ ਦਰਸ਼ਨ ਦਾ ਹੈ। ਸੁਪਨ ਦਰਸ਼ਨ ਦਾ ਆਨੰਦ ਵੀ ਜਿੰਨਾ ਸਮਾਂ ਨੀਂਦ ਕਰਕੇ ਸੁਪਨਾ ਬਣਿਆ ਰਹੂਗਾ, ਸੁਪਨ ਦਰਸ਼ਨ ਦਾ ਆਨੰਦ ਵੀ ਬਹੁਤ ਹੈ। ਬਾਕੀ ਆਨੰਦ ਥੋੜੇ ਸ਼ਬਦ ਦਾ ਉਸ ਤੋਂ ਘੱਟ ਹੈ। ਚਿੱਤਰ ਦਰਸ਼ਨ ਦਾ ਆਨੰਦ ਥੋੜਾ ਘੱਟ ਹੈ। ਸਭ ਤੋਂ ਸ਼੍ਰੇਸ਼ਟ ਪ੍ਰਤੱਖ ਦਰਸ਼ਨ ਹੈ। ਫਿਰ ਉਸ ਤੋਂ ਘੱਟ ਜਿਹੜਾ ਵਾ ਸੁਪਨ ਦਰਸ਼ਨ ਵਿੱਚ ਵੀ ਬਹੁਤ ਆਨੰਦ ਹੈ। ਸ਼ਬਦ ਦਰਸ਼ਨ ਦਾ ਵੀ ਕੁਝ ਹੱਦ ਤੀਕਰ ਆਨੰਦ ਹੈ, ਜੇ ਅੰਤःਕਰਨ ਸਵੱਛ ਹੈ। ਸ਼ਬਦ ਦਰਸ਼ਨ ਦੇ ਰਾਹੀਂ ਹੀ ਜਗਿਆਸੂ ਜਿਹੜਾ ਹੈ ਉਹ ਪਰਮੇਸ਼ਰ ਦੀ ਜਿੱਥੇ ਸਥਿਤੀ ਹੈ ਜਾਂ ਹਿਰਦੇ ਵਿੱਚ ਹੀ ਪਰਮੇਸ਼ਰ ਨੂੰ, ਉਹਦਾ ਨਾਮ ਸੁਣ ਉਹਦੀਆਂ ਗੱਲਾਂ ਸੁਣ ਕੇ ਹਿਰਦੇ ਵਿੱਚ ਹੀ ਉਹ ਪ੍ਰਤੱਖ ਦਰਸ਼ਨ ਕਰ ਸਕਦਾ ਹੈ। ਸ਼ਬਦ ਦਰਸ਼ਨ ਦੀ ਮਹਿਮਾ ਵੀ ਅਪਾਰ ਹੈ। ਤੋ ਮਾਰੇ ਕਿਰਪਾ ਕਰੋ, ਸਾਨੂੰ ਪ੍ਰਤੱਖ ਦਰਸ਼ਨ ਦੇ ਦੇਵੋ। ਸਾਡੇ ਹਿਰਦੇ ਵਿੱਚ ਬਹੁਤ ਪਿਆਸ ਲੱਗੀ ਹੋਈ ਹੈ ਤੁਹਾਡੇ ਦਰਸ਼ਨਾਂ ਦੇ ਤਾਈਂ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਮਹਾਰਾਜ ਕਿਸ ਅੱਗੇ ਜਾ ਕਰਕੇ ਪੁਕਾਰ ਕਰੀਏ, ਤੁਹਾਡੇ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ। ਜਿਸ ਦੇ ਅੱਗੇ ਜਾ ਕਰਕੇ ਮੈਂ ਹੋਰ ਥਾਉ ਨਾਹੀਂ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸੇ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਉ ਸਰਣਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਸਾਰੇ ਪਾਸਿਓਂ ਆਸ ਟੁੱਟ ਗਈ ਹੈ, ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਜੀ ਤੁਹਾਡੀ ਆਸ ਹੈ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਬਿਨਾਂ ਸਾਡਾ ਹੋਰ ਦੂਜਾ ਕੋਈ ਨਹੀਂ ਹੈ। ਦੂਸਰ ਹੋਏ ਤਾਂ ਸੋਝੀ ਪਾਏ, ਜੇ ਕੋਈ ਦੂਜਾ ਹੋਵੇ ਤੇ ਉਹਦੇ ਕੋਲ ਜਾਈਏ। ਕੇਵਲ ਤੇ ਕੇਵਲ ਇੱਕ ਤੁਸੀਂ ਹੋ। ਨਾਨਕ ਕੀ ਅਰਦਾਸ। ਤੇ ਇਹ ਮਹਾਰਾਜ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਅਸੀਂ ਅਰਦਾਸ ਕਰਦੇ ਹਾਂ, ਹੇ ਪਰਮੇਸ਼ਰ ਤੇਰੇ ਅੱਗੇ ਸਾਡੀ ਇੱਕੋ ਹੀ ਅਰਦਾਸ ਹੈ ਵੀ ਤੇਰੇ ਬਿਨਾਂ ਇੱਕ ਤਾਂ ਸਾਡਾ ਹੋਰ ਕੋਈ ਹੈ ਨਹੀਂ। ਦੂਜਾ ਮਹਾਰਾਜ ਸਾਨੂੰ ਤੇਰੇ ਦਰਸ਼ਨਾਂ ਦੀ ਡਾਢੀ ਪਿਆਸ ਹੈ, ਕਿਰਪਾ ਕਰੋ ਦਰਸ਼ਨ ਦੀਜਾ ਖੋਲ ਕੇ ਵਾਰ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ। ਇਹ ਸਾਡੀ ਤੁਹਾਡੇ ਗਾੜੀ ਅਰਦਾਸ ਬੇਨਤੀ ਹੈ। ਆਸਾੜ ਸੁਹੰਦਾ ਤਿਸ ਲੱਗੈ। ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਅੰਤਲੀ ਪੰਕਤੀ ਵਿੱਚ ਕਿਰਪਾ ਕਰਦੇ ਆ। ਆਸਾੜ ਕਹੀਏ ਆ ਕੇ ਸਾੜ, ਜਿਨੇ ਆ ਕੇ ਸਾੜਿਆ ਹੋਇਆ ਜੀਵਾਂ ਨੂੰ, ਉਹ ਕੀ ਹੈ? ਕਲਯੁਗ ਹੈ। ਕਲਯੁਗ ਰੂਪੀ ਹਾੜ ਦਾ ਮਹੀਨਾ ਸੁਹੰਦਾ ਸੋਹਣਾ ਲੱਗਦਾ ਹੈ। ਕਿਹਨਾਂ ਨੂੰ ਸੋਹਣਾ ਲੱਗਦਾ ਹੈ? ਜਿਸ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੇ ਚਰਨ ਕੀ ਹੈ ਖਾਲਸਾ ਜੀ? ਉਹ ਨਾਮ ਹੈ। ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਦਾ ਵਾਸਾ ਹੈ, ਉਹਨਾਂ ਨੂੰ ਖਾਲਸਾ ਜੀ ਕਲਯੁਗ ਤਾਂ ਉਹਨਾਂ ਵਾਸਤੇ ਹੈ ਜਿਹੜੇ ਨਾਮ ਤੋਂ ਹੀਣੇ ਆ। ਨਾਮ ਦੇ ਰਸੀਆਂ ਵਾਸਤੇ ਕੋਈ ਕਲਯੁਗ ਨਹੀਂ। ਉਹਨਾਂ ਵਾਸਤੇ ਖਾਲਸਾ ਜੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿੱਥੇ ਗੋਬਿੰਦ ਦਿਸਦਾ ਹੈ, ਪਰਮੇਸ਼ਰ ਦਿਸਦਾ, ਉੱਥੇ ਕਲਯੁਗ ਕਿੱਥੇ? ਜਿੱਥੇ ਨਾਮ ਨਹੀਂ ਉੱਥੇ ਸਦਾ ਹੀ ਖਾਲਸਾ ਜੀ ਕਲਯੁਗ ਰਹਿੰਦਾ ਹੈ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ, ਵਾਹਿਗੁਰੂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ, ਹੈ ਸਤਿਗੁਰੂ ਜੀ, ਜਿੰਨ ਹੁੰਦੇ ਆ ਕਿ ਝੂਠ ਹੈ ਕਿ ਸੱਚ ਹੈ? ਮਹਾਰਾਜ ਕਹਿੰਦੇ ਮਰਦਾਨੇ ਹੈ, ਜੇ ਗੱਲ ਬਣੀ ਜਿੰਨ ਹੈ ਕਿਉਂ ਨਹੀਂ? ਜ਼ਰੂਰ ਜਿੰਨ ਹੈਣ। ਫਿਰ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਸੀਂ ਸਮਰੱਥ ਹੋ, ਜੇ ਜਿੰਨ ਹੈਣ ਤੇ ਫਿਰ ਸਾਨੂੰ ਵਿਖਾਓ। ਮਹਾਰਾਜ ਚਲਦੇ ਚਲਦੇ ਕਿ ਘਰ ਦੇ ਸਾਹਮਣੇ ਜਾ ਖੜੇ, ਭਾਈ ਮਰਦਾਨਾ ਜੀ ਨਾਲ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਦੋਂ ਗਏ, ਉਹ ਜਾਂਦਿਆਂ ਨੂੰ ਜਿਹੜਾ ਆਪ ਸੀ ਉਹ ਸ਼ਰਾਬ ਪੀ ਕੇ ਸੁੱਤਾ ਪਿਆ। ਘਰ ਵਾਲੀ ਮਾਈਆਂ ਬਿਠਾ ਕੇ ਚੁਗਲੀਆਂ ਕਰਨ ਲੱਗੀ ਹੋਈ। ਔਰ ਇਸੇ ਪ੍ਰਕਾਰ ਹੀ
ਉਹ ਜਿਹੜੇ ਧੀ ਪੁੱਤ ਸੀਗੇ ਉਹ ਵੀ ਵਿਸ਼ੇ ਭੋਗਣ ਵਿੱਚ ਲੱਗੇ ਹੋਏ। ਮਹਾਰਾਜ ਹੱਥ ਕਰਕੇ ਕਹਿੰਦੇ, ਮਰਦਾਨੇ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਉਹ ਵੇਖ, ਉਹ ਵੱਡੀ ਮਾਂ ਇਹਨਾਂ ਦੀ ਸਾਰਿਆਂ ਦੀ ਸਰਦਾਰ, ਜਿਹਨੇ ਜਿੰਨ ਜੰਮੇ ਆ। ਪੁੱਤ ਜਨੂਰਾ ਧੀ ਜਨੂਰੀ, ਪੁੱਤ ਵੀ ਜਿੰਨ ਹੀ ਜੰਮਿਆ ਜਿਹੜਾ ਨਾਮ ਨਹੀਂ ਜਪਦਾ, ਵਿਸ਼ੇ ਭੋਗ ਰਿਹਾ। ਇਸ ਦੀ ਧੀ ਵੀ ਜਿੰਨਣੀ ਹੈ, ਜਿਹੜੀ ਨਾਮ ਨੂੰ ਛੱਡ ਕੇ ਅਣਮਾਰਗ ਲੱਗੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਕਬੀਰ ਵੈਸ਼ਨੋ ਕੀ ਕੂਕਰ ਭਲੀ, ਕਬੀਰ ਵੈਸ਼ਨੋ ਕੀ ਕੂਕਰ ਭਲੀ, ਸਾਖਤ ਕੀ ਬੁਰੀ ਮਾਏ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਾਈ ਸੰਤ ਦੀ, ਕਿਸੇ ਬ੍ਰਹਮ ਗਿਆਨੀ ਦੀ ਜਾਂ ਨਾਮ ਜਪਣ ਵਾਲਿਆਂ ਦੀ ਕੁੱਤੀ ਚੰਗੀ ਹੈ ਬੇਮੁਖ ਪ੍ਰਾਣੀ ਦੀ ਮਾਂ ਦੇ ਨਾਲੋਂ। ਵੇਖੋ ਕਿੱਡਾ ਵੱਡਾ ਵਚਨ ਭਗਤ ਕਬੀਰ ਸਾਹਿਬ ਜੀਆਂ ਨੇ ਆਖਿਆ, ਸਾਖਤ ਕੀ ਬੁਰੀ ਮਾਏ। ਆਂਦੇ ਉਹਦੀ ਮਾਂ ਵੀ ਮਾੜੀ ਵੈ ਜਿਹੜਾ ਨਾਮ ਨਹੀਂ ਜਪਦਾ, ਔਰ ਜਿਹੜਾ ਨਾਮ ਜਪਦਾ ਉਹਦੀ ਕੁੱਤੀ ਵੀ ਚੰਗੀ ਹੈ। ਕਿਉਂ? ਕਿਉਂਕਿ ਖਾਲਸਾ ਜੀ, ਉਹ ਨਿਤ ਲੇਵੈ ਹਰ ਨਾਮ ਜਸ, ਉਹ ਪਾਪ ਵਿਸਾਹ ਨ ਜਾਏ। ਉਹ ਨਾਮ ਜਪਦੇ ਐ ਤੇ ਇਹ ਪਾਪੀ ਜਿਹੜੇ ਵਾ ਉਹ ਪਾਪ ਖਰੀਦਣ ਵਾਸਤੇ, ਪਾਪਾਂ ਦਾ ਵਣਜ ਵਪਾਰ ਕਰਨ ਵਾਸਤੇ ਜਾਂਦੇ। ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ, ਜਦੋਂ ਪਿਰਥੀ ਚੰਦ ਮਹਾਰਾਜ ਦੇ ਦਰ ਘਰ ਦਾ ਵੈਰੀ ਬਣਿਆ, ਹੈ ਤਾਂ ਭਰਾ ਹੀ ਸੀ ਗੁਰੂ ਅਰਜਨ ਦੇਵ ਮਹਾਰਾਜ ਦਾ ਪਿਰਥੀ ਚੰਦ, ਇਹਨੇ ਬ੍ਰਾਹਮਣ ਖਰੀਦ ਲਿਆ ਜਿਹੜਾ ਗੁਰੂ ਹਰਗੋਬਿੰਦ ਰਾਏ ਮਹਾਰਾਜ ਨੂੰ ਦਹੀਂ ਖਵਾਉਂਦਾ ਸੀ। ਔਰ ਬ੍ਰਾਹਮਣ ਨੂੰ ਆਖਿਆ, ਤੈਨੂੰ ਜੋ ਮੰਗੇਗਾ ਉਹੀ ਦੇ ਦਾਂਗੇ। ਕਰਨਾ ਕੀ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਦਹੀਂ ਵਿੱਚ ਜ਼ਹਿਰ ਪਾ ਕੇ ਦੇ ਦੇ। ਸਕਾ ਤਾਇਆ ਤੇ ਆਪਦੀ ਭਤੀਏ ਨੂੰ ਜ਼ਹਿਰ ਦੇਣ ਨੂੰ ਫਿਰੇ। ਜਦੋਂ ਇਹ ਬ੍ਰਾਹਮਣ ਨੇ ਦਹੀਂ ਵਿੱਚ ਪਾ ਕੇ ਜ਼ਹਿਰ ਦੇਣਾ ਚਾਹਿਆ ਬਾਲ ਹਰਗੋਬਿੰਦ ਰਾਏ ਮਹਾਰਾਜ ਨੂੰ, ਸਤਿਗੁਰਾਂ ਉੱਚੀ ਦੇਣੇ ਚੀਕ ਮਾਰੀ। ਉਮਰ ਛੋਟੀ ਸੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਬ੍ਰਾਹਮਣ ਜੀ ਕੀ ਗੱਲ ਹੈ? ਅੱਗੇ ਤਾਂ ਇਹ ਐ ਨਹੀਂ ਕਦੇ ਚੀਕ ਮਾਰਦੇ, ਅੱਜ ਕੀ ਹੋਇਆ? ਉਹ ਬ੍ਰਾਹਮਣ ਪਾਪੀ ਕਹਿੰਦਾ, ਜੀ ਇਹ ਦਹੀਂ ਨਹੀਂ ਖਾ ਰਹੇ ਬਾਲ, ਅਸੀਂ ਇਹਨੂੰ ਦਹੀਂ ਖਵਾ ਰਹੇ ਹਾਂ, ਜਿੱਦ ਕਰਦੇ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜੇ ਨਹੀਂ ਦਹੀਂ ਖਾਂਦੇ ਤੇ ਬ੍ਰਾਹਮਣ ਜੀ ਤੁਸੀਂ ਖਾ ਲਓ। ਇਹ ਹੈ ਪਾਪੀ। ਬ੍ਰਾਹਮਣ ਡਰ ਗਿਆ। ਮਹਾਰਾਜ ਜਾਣ ਗਏ ਵੀ ਇਹ ਪਾਪੀ ਹੈ, ਸਾਡੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਣਾ ਹੈ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਜਾਨੀ ਜਾਣ ਹੈ, ਪਾਪ ਕੰਬੇ ਇਸ ਬ੍ਰਾਹਮਣ ਦਾ। ਮਹਾਰਾਜ ਫਿਰ ਬੋਲੇ, ਕਹਿੰਦੇ ਕੋਈ ਨਾ ਬ੍ਰਾਹਮਣ ਜੀ, ਜੇ ਨਹੀਂ ਚਿੱਤ ਕਰਦਾ ਕੁੱਤੇ ਨੂੰ ਪਾ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਇੱਕ ਇਤਿਹਾਸਕਾਰ ਕਹਿੰਦੇ, ਉਸ ਸਮੇਂ ਕੁੱਤਾ ਬਹੁਤ ਸੁੰਦਰ ਤੇ ਮਹਾਰਾਜ ਦੇ ਸਿੰਘਾਸਣ ਦੇ ਲਾਗੇ ਜਾਂ ਥੱਲੇ ਬੈਠਿਆ ਕਰਦਾ ਸੀ। ਜਿੱਥੇ ਮਹਾਰਾਜ ਬਿਰਾਜਮਾਨ ਹੁੰਦੇ ਉੱਥੇ ਰਿਹਾ ਕਰੇ। ਉਹ ਮਹਾਰਾਜ ਨੇ ਕੁੱਤੇ ਵੱਲ ਇਸ਼ਾਰਾ ਕਰਕੇ ਆਖਿਆ, ਬ੍ਰਾਹਮਣ ਜੀ ਇਹਨੂੰ ਪਾਓ ਦਹੀਂ। ਉਹ ਜਿਹੜਾ ਬਾਟਾ ਦਹੀਂ ਵਾਲਾ ਜਦੋਂ ਕਟੋਰੀ ਕੁੱਤੇ ਅੱਗੇ ਰੱਖੀ, ਹੁਣ ਉਹ ਕੁੱਤਾ ਵੀ ਕਿਸ ਘਰ ਦਾ ਹੈ? ਗੁਰੂ ਨਾਨਕ ਮਹਾਰਾਜ ਦੇ ਦਰ ਦਾ ਹੈ। ਉਹਨੂੰ ਵੀ ਤਰਲੋਕੀ ਦੀ ਗਿਆਤ ਸੀ, ਉਸ ਕੁੱਤੇ ਨੂੰ ਵੀ। ਤੇ ਉਹ ਕੁੱਤਾ ਦਹੀਂ ਖਾਵੇ ਨਾ, ਉਹ ਜਾਣਦਾ ਇਹਦੇ ਵਿੱਚ ਜ਼ਹਿਰ ਪਾਇਆ। ਇਹ ਬ੍ਰਾਹਮਣ ਚਲਾਕ ਬਣੇ ਵੀ ਸ਼ਾਇਦ ਗੁਰੂ ਅਰਜਨ ਦੇਵ ਮਹਾਰਾਜ ਨਾ ਜਾਣਨ। ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਜਾਣਦੇ ਹੀ ਆ, ਪਰਮੇਸ਼ਰ ਇਹਨਾਂ ਦੇ ਘਰ ਦਾ ਕੁੱਤਾ ਵੀ ਜਾਣਦਾ ਤੂੰ ਜ਼ਹਿਰ ਪਾ ਕੇ ਲੈ ਕੇ ਆਇਆ ਹੈ। ਜਦੋਂ ਨਾ ਖਾਧਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੁੱਤੇ ਨੂੰ ਕਹਿੰਦੇ, ਇਹ ਕੂਕਰ, ਸਾਨੂੰ ਪਤਾ ਹੈ ਖਾਣ ਨਾਲ ਤੂੰ ਚੜ੍ਹਾਈ ਕਰ ਜਾਣਾ, ਮੌਤ ਹੋ ਜਾਵੇਗੀ, ਪਰ ਤੇਰੀ ਇਸੇ ਵਿੱਚ ਹੀ ਕਲਿਆਣ ਹੁਕਮ ਮੰਨ। ਉਹ ਕੁੱਤੇ ਨੇ ਖਾਲਸਾ ਦੀ ਅੱਖਾਂ ਵਿੱਚ ਪਾਣੀ ਲੈ ਆਂਦਾ ਤੇ ਅੱਖਾਂ 'ਚੋਂ ਜਲ ਵਹਾਉਂਦਾ ਹੋਇਆ ਉਹ ਕੁੱਤਾ ਜਿਹੜਾ ਹੈ ਕੂਕਰ ਗੁਰੂ ਘਰ ਦਾ, ਉਹਨੇ ਉਦਾਂ ਹੀ ਛਕਿਆ, ਥਾਂ ਮਰ ਗਿਆ। ਹੁਣ ਵੇਖੋ, ਇੱਕ ਉਹ ਕੁੱਤਾ ਹੈ ਜਿਹਨੇ ਗੁਰੂ ਦੇ ਆਖੇ ਜ਼ਹਿਰ ਖਾ ਲਿਆ, ਇੱਕ ਅਸੀਂ ਹਾਂ ਮਹਾਰਾਜ ਦੇ ਆਖੇ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ। ਹੁਣ ਦੱਸੋ ਖਾਲਸਾ ਜੀ, ਕੁੱਤਾ ਚੰਗਾ ਕਿ ਆਪਾਂ? ਸਾਡੇ ਨਾਲੋਂ ਕੁੱਤਾ ਅੱਛਾ ਹੈ ਜਿਹਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਆਖੇ ਦਹੀਂ ਖਾ ਲਿਆ, ਜ਼ਹਿਰ ਵਾਲਾ, ਜ਼ਹਿਰ ਖਾਧਾ, ਪਤਾ ਸੀ ਜ਼ਹਿਰ ਹੈ। ਇੱਕ ਉਹ ਹਨ ਜਿਹੜੇ ਗੁਰੂ ਕੇ ਆਖੇ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ, ਜਿਹੜਾ ਅੰਮ੍ਰਿਤ ਜਿਹੜੇ ਵਾ ਉਹ ਤੀਨੇ ਤਾਪ ਨਿਵਾਰਨ ਹਾਰਾ ਵੀ ਹੈ ਤੇ ਲੋਕ ਪਰਲੋਕ ਦਾ
ਤਰਲੋਕੀ ਦਾ ਮਾਲਕ ਬਣਾਉਣ ਵਾਲਾ, ਵਿਸ਼ੇ ਵਿਕਾਰਾਂ ਤੋਂ ਅਮਰ ਕਰ ਦੇਣ ਵਾਲਾ ਅੰਮ੍ਰਿਤ ਹੈ। ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ। ਤੋ ਇਹੋ ਜਿਹੇ ਜਿਹੜੇ ਸਾਖਤ ਪੁਰਸ਼ ਹਨ, ਇਹਨਾਂ ਦੀ ਮਾਤਾ ਨਾਲੋਂ ਸੰਤਾਂ ਦੀ ਕੁੱਤੀ ਚੰਗੀ ਹੈ। ਭਗਤ ਕਬੀਰ ਸਾਹਿਬ ਜੀਆਂ ਦੇ ਬਚਨ ਹਨ। ਤੋ ਇਸੇ ਪ੍ਰਕਾਰ ਕਬੀਰ ਸਾਹਿਬ ਜੀ ਸਾਖਤਾਂ ਨੂੰ ਫਿਰ ਇਹ ਵੀ ਫਟਕਾਰ ਪਾਉਂਦੇ ਆ ਕਿ ਕਬੀਰ ਸਾਹਿਬ ਜੀ ਕਹਿੰਦੇ ਆ, ਜਾਂ ਇੱਕ ਵਾਰ ਕੋਈ ਮਨੁੱਖ ਕਹਿੰਦਾ ਆ ਕਿ ਕਬੀਰ ਸਾਹਿਬ ਜੀ ਫਲਾਣਾ ਜਿਹੜਾ ਨਾ ਬੰਦਾ ਆਪਣੇ ਨਗਰ ਵਿੱਚ ਰਹਿੰਦਾ ਸੀ, ਉਹ ਚੜ੍ਹਾਈ ਕਰ ਗਿਆ। ਕਬੀਰ ਸਾਹਿਬ ਜੀ ਕਹਿੰਦੇ ਚਲੋ ਭਾਈ ਜਾਣਾ ਹੀ ਆ, ਸਾਰੇ ਹੀ ਚਲੇ ਜਾਂਦੇ ਆ, ਸਭ ਜਾਂਦੇ ਆ, ਉਹ ਚਲਾ ਗਿਆ। ਉਹ ਚਲੋ ਕੁਝ ਸਮਾਂ ਬਾਅਦ ਨਾ ਉਹ ਬਨਾਰਸ ਦੇ ਬਾਰ-ਬਾਰ ਸੂਰ ਰਹਿੰਦੇ ਸੀ, ਜਿੱਥੇ ਸਾਰੇ ਸ਼ਹਿਰ ਦੀ ਗੰਦਗੀ ਡਿੱਗਦੀ ਹੈ। ਤੇ ਉਸ ਸਮੇਂ ਫਿਰ ਉਹ ਇੱਕ ਸੂਰ ਮਰਿਆ ਵੇਖਿਆ। ਉਹੀ ਮਨੁੱਖ ਆ ਕਰਕੇ ਫਿਰ ਕਬੀਰ ਸਾਹਿਬ ਨੂੰ ਕੁਝ ਦਿਨ ਬਾਅਦ ਕਹਿੰਦਾ, ਕਬੀਰ ਜੀ ਉਹ ਬਾਹਰ ਜਿਹੜੇ ਸੂਰ ਸੀ ਨਾ, ਉਹ ਕੋਈ ਜ਼ਹਿਰੀ ਚੀਜ਼ ਖਾ ਗਏ ਤੇ 2-4 ਸੂਰ ਮਰ ਗਏ। ਕਬੀਰ ਸਾਹਿਬ ਜੀ ਕਹਿੰਦੇ ਉਹ ਬਹੁਤ ਮਾੜਾ ਹੋਇਆ, ਸੂਰ ਮਰਨੇ ਨਹੀਂ ਚਾਹੀਦੇ। ਉਹ ਮਨੁੱਖ ਪੁੱਛਦਾ ਕਬੀਰ ਸਾਹਿਬ ਜੀ ਨੂੰ ਵੀ ਮੈਂ ਤੁਹਾਨੂੰ 5-7 ਦਿਨ ਪਹਿਲਾਂ ਆ ਕੇ ਆਖਿਆ ਸੀ ਵੀ ਆਪਣੇ ਨਗਰ ਵਿੱਚ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਤੁਸੀਂ ਖੁਸ਼ ਹੋਏ, ਤੇ ਹੁਣ ਮੈਂ ਆਖਿਆ ਹੈ ਕਿ ਉਹ ਸੂਰ ਮਰ ਗਏ, ਤੇ ਸੂਰ ਮਰੇ ਦਾ ਤੁਹਾਨੂੰ ਅਫਸੋਸ ਹੈ, ਪਰ ਤੁਹਾਨੂੰ ਬੰਦੇ ਮਰੇ ਦਾ ਕੋਈ ਦੁੱਖ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਆ ਕਿ ਕਬੀਰ ਸਾਖਤ ਤੇ ਸ਼ੂਕਰ ਭਲਾ ਰਾਖਿਆ ਅੱਛਾ ਗਾਓ। ਉਹ ਸਾਖਤ ਬਪਰਾ ਮਰ ਗਿਆ, ਕੋਈ ਨਾ ਲੇਹ ਨਾਓ। ਕਹਿੰਦੇ ਮਨਮੁਖ ਤੋਂ ਸਾਖਤ ਦੇ ਨਾਲੋਂ ਦਾ ਸੂਰ ਚੰਗਾ ਹੈ। ਸਾਖਤ ਪੁਰਸ਼ ਖਾਲਸਾ ਜੀ ਸਮਾਜ ਦੀ ਮਰਿਆਦਾ ਵਿਗਾੜ ਦਿੰਦੇ ਆ, ਸੰਸਾਰ ਦੀ ਸਮਾਜ ਦੀ ਮਰਿਆਦਾ ਨਹੀਂ ਰਹਿਣ ਦਿੰਦੇ, ਪਾਪ ਕਰਦੇ ਆ, ਆਪ ਵੀ ਦੁਖੀ ਹੁੰਦੇ, ਦੂਜਿਆਂ ਨੂੰ ਦੁਖੀ ਕਰਦੇ ਆ। ਸੂਰ ਕਿੱਡਾ ਚੰਗਾ ਹੈ, ਉਹ ਗੰਦਗੀ ਖਾਂਦਾ ਹੈ ਤੇ ਸਾਖਤ ਗੰਦਗੀ ਪਾਉਂਦੇ ਆ। ਫਿਰ ਕਬੀਰ ਸਾਹਿਬ ਜੀ ਕਹਿੰਦੇ ਸੂਰ ਨਹੀਂ ਮਰਨਾ ਚਾਹੀਦਾ ਭਾਈ। ਹਾਂਜੀ, ਮਰੇ ਕੌਣ? ਸਾਖਤ ਮਰੇ। ਉਹ ਸਾਖਤ ਬਪਰਾ ਮਰ ਗਿਆ, ਕੋਈ ਨਾ ਲੇਹ ਨਾਓ। ਇਸ ਪ੍ਰਕਾਰ ਬੇਅੰਤ ਪ੍ਰਮਾਣ ਖਾਲਸਾ ਜੀ ਮਾਰਗੇ ਤ੍ਰਿਗ ਅਵੇਹਾ ਖਾਇਆ ਜਿਤ ਤ੍ਰਿਗ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਖਾਲਸਾ ਜੀ ਜੋ ਵੀ ਖਾਣਾ ਪੀਣਾ ਪਹਿਨਣਾ ਹੈ, ਉਹ ਸਾਰਾ ਹੀ ਜਿਹੜਾ ਬਿਅਰਥ ਹੈ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕੀ ਸ਼ਬਦ ਮਹਾਰਾਜ ਜੀਆਂ ਕਿਰਪਾ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾੜ ਦਾ ਮਹੀਨਾ ਕੀ ਇਹ ਕਲਯੁਗ ਹੈ। ਕਲਯੁਗ ਰੂਪੀ ਹਾੜ ਦਾ ਮਹੀਨਾ ਉਹਨਾਂ ਨੂੰ ਸੋਹਣਾ ਲੱਗਦਾ, ਜਿਨ੍ਹਾਂ ਦੇ ਹਿਰਦੇ ਅੰਦਰ ਹਰੀ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ ਹੈ। ਅਥਵਾ ਹਾੜ ਕੀ ਅਸਾੜ, ਹਾੜ ਦਾ ਮਹੀਨਾ ਖਾਲਸਾ ਜੀ ਮਨੁੱਖਾ ਸਰੀਰ ਵੀ ਹਾੜ ਦਾ ਮਹੀਨਾ ਹੈ, ਦੁਬਾਰਾ ਮਿਲਣਾ ਕਿਤੇ। ਤੋ ਪਰ ਹੈ ਗੰਦਗੀ ਦੀ ਕੋਠੜੀ। ਉਹ ਕਹਿੰਦੇ ਆ ਕਿ ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤੋ ਵੀ ਸਸਤਾ ਜਾਣ। ਤੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਭਾਈ ਸਰੀਰ ਰੂਪੀ ਹਾੜ ਦਾ ਮਹੀਨਾ ਉਹਨਾਂ ਦਾ ਭਾਈ ਸੁਭਾਏਮਾਨ ਹੈ, ਸੋਹਣਾ ਲੱਗਦਾ। ਉਹੀ ਜੀਵ ਸੰਸਾਰ ਤੇ ਆਇਆ ਸਫਲਤਾ ਹੂ ਕੋ ਗਨੀ ਹੈ, ਜਾਸ ਰਸਨ ਹਰ ਹਰ ਜਸ ਪਣੀ ਹੈ। ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗ ਹੈ ਪਾਤਸ਼ਾਹ ਜਾਇਦਾ। ਜਨ ਆਵਨ ਕਾ ਇਹ ਹੈ ਸਵਾਓ, ਜਨ ਕੈ ਸੰਗ ਚਿਤ ਆਵੇ ਨਾਓ। ਤੋ ਗੁਰੂ ਗਰੀਬ ਨਿਵਾਜ ਕਹਿੰਦੇ ਭਾਈ ਉਸ ਪ੍ਰਾਣੀ ਦਾ ਮਨੁੱਖਾ ਸਰੀਰ ਰੂਪੀ ਹਾੜ ਦਾ ਮਹੀਨਾ ਸੁਹੰਦਾ ਸੋਹਣਾ ਲੱਗਦਾ, ਸਾਰਿਆਂ ਨੂੰ ਚੰਗਾ ਲੱਗਦਾ ਹੈ। ਗੁਣੀ ਬੰਦਾ ਸਾਧ ਸੰਗਤ ਜੀ ਕਿਹਨੂੰ ਨਹੀਂ ਚੰਗਾ ਲੱਗਦਾ, ਸਾਰਿਆਂ ਨੂੰ ਚੰਗਾ ਲੱਗਦਾ। ਔਗਣਿਆਰਾ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਔਗਣਿਆਰਾ ਮਾਨਸ ਹੈ ਭਲੋ ਨਾ ਕਹਿ ਹੈ ਕੋਏ। ਔਗਣਾਂ ਦੇ ਭਰੇ ਨੂੰ ਕੋਈ ਚੰਗਾ ਨਾ ਆਖੂ, ਤੇ ਗੁਣਾਂ ਦੇ ਭਰੇ ਨੂੰ ਸਾਰੇ ਸੋਭਾ ਕਰਦੇ। ਤੋ ਜਿਨ੍ਹਾਂ ਦੇ ਸਰੀਰ ਗੁਣਾਂ ਦੇ ਨਾਲ ਭਰੇ ਹੋਏ ਹੈ, ਉਹਨਾਂ ਦਾ ਮਨੁੱਖਾ ਸਰੀਰ ਰੂਪੀ ਹਾੜ ਮਹੀਨਾ ਵੀ ਸੋਹਣਾ ਲੱਗਦਾ ਹੈ। ਜਿਸ ਮਨ ਹਰ ਚਰਨ ਨਿਵਾਸ, ਪਰ ਮਨੁੱਖਾ ਸਰੀਰ ਸਫਲਾ ਕਿਹਦਾ? ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਜੀਵਾਂ ਦੇ ਹਿਰਦੇ ਵਿੱਚ ਹਰੇ ਭਰੇ ਕਰਨ ਵਾਲੇ ਪ੍ਰਭੂ ਪਰਮੇਸ਼ਰ ਦੇ ਚਰਨਾਂ ਦਾ ਵਾਸਾ ਹੈ, ਉਹਨਾਂ ਜੀਵਾਂ ਦਾ ਹੀ ਕਲਿਆਣ ਹੈ, ਉਹਨਾਂ ਜੀਵਾਂ ਦਾ ਆਇਆ ਸੰਸਾਰ ਤੇ ਸਫਲ ਹੈ। ਤੋ ਸਾਧ ਸੰਗਤ ਜੀਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਹਾੜ ਦੇ ਮਹੀਨੇ ਦੁਆਰਾ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਆਪ ਸਭ ਸੰਗਤਾਂ ਦੇ ਹਿਰਦੇ ਵਿੱਚ ਵਸੇ। ਬੁੱਧੀ ਤੁੱਛ ਹੈ ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਗਰੀਬ ਨਿਵਾਜ ਆਪ ਸਭ ਸੰਗਤਾਂ ਦੇ ਦਰ ਹਾਜ਼ਰੇ ਪ੍ਰਵਾਨ ਕਰਨ।
ਦੋ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਹੈ ਜੀ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆषाढ़ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।